इस बार इलैक्शन दे विच की सोच के वोट पानी है तुसीं? चन्नी है जी, वो सानू चंगे लगे आ। की प्लान है तुहाडा, की सोच के वोट पाओगे इस बार? सर मेरा तो वैसे मन है वोट पाने दे नहीं। यह देख लो मेरे को, देख लो रिज्यूम अजे भी असी धक्के खा रहे हैं, मैं पढ़ लिख के भी। इस बार असी नवीं सरकार लेना चाहते झाड़ू वाली। अच्छा, कि उन्हें सानू बहुत आसा तो उम्मीदा वा कि ਜਿਹੜੀਆਂ ਸਰਕਾਰਾਂ ਪਹਿਲੇ कुछ नहीं कर सकियां, नवीं सरकार आई शायद साडे बारे कुछ सोचे। इस बार वोट पानी है तुसीं? अकाली जी। अकाली पार्टी। ਤੇ ਕੀ ਪਲਾਨ ਹੈਗਾ ਤੁਹਾਡਾ, ਕੀ ਸੋਚ ਕੇ ਵੋਟ ਪਾਉਣ ਦਾ ਪਲਾਨ ਹੈਗਾ ਇਸ ਵਾਰ? ਐਜੂਕੇਸ਼ਨ ਹੋਵੇ, ਹਾਂਜੀ, ਵਧੀਆ ਸਿਹਤ ਸਹੂਲਤਾਂ ਹੋਣ, ਅੱਛਾ ਜੀ, ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ ਪੰਜਾਬ। ਭਾਜੀ ਅਸੀਂ ਵੋਟ ਕੇਜਰੀਵਾਲ ਨੂੰ ਪਾਉਣੀ ਹੈ, ਝਾੜੂ ਨੂੰ। ਕੀ ਕਾਰਨ ਕੀ ਹੈ? ਕਾਰਨ ਕੁਝ ਨਹੀਂ ਭਾਜੀ, ਦੋ ਪਾਰਟੀਆਂ ਤਾਂ ਰੱਜੀਆਂ ਹੋਈਆਂ, ਕਿਸੇ ਹੋਰ ਨੂੰ ਵੀ ਖਾਣ ਦਾ ਮੌਕਾ ਮਿਲਣਾ ਚਾਹੀਦਾ। ਅੱਛਾ, ਤੁਹਾਡਾ ਮਾਈਂਡ ਸੈਟ ਕੀ ਬਣਿਆ ਹੋਇਆ ਹੈ ਇਸ ਵੇਲੇ ਬਈ ਐਤਵਾਰ ਨੂੰ ਅਸੀਂ ਇਹ ਸੋਚ ਕੇ ਵੋਟ ਪਾਣੀ? ਹਾਂਜੀ, ਐਤਵਾਰ ਨੂੰ ਬਦਲਾਅ ਹੀ ਹੋਣਾ ਜੀ, ਹੁਣ ਬਦਲਾਅ ਹੀ ਹੋਣਾ ਜੀ। ਬਿਲਕੁਲ ਬਿਲਕੁਲ ਬਦਲਾਅ ਹੀ ਹੋਣਾ। ਦਿਮਾਗ ਦੇ ਵਿੱਚ ਇਹੋ ਚੱਲਦਾ ਪਿਆ ਜੀ, 70 ਸਾਲ ਹੋ ਗਏ ਅਸੀਂ ਕਾਂਗਰਸ ਅਕਾਲੀਆਂ ਨੂੰ ਜਿਤਾਉਣ ਡਏ ਆ। ਹੁਣ ਇੱਕ ਮੌਕਾ ਸਾਨੂੰ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੀਦਾ, ਸਰਕਾਰ ਬਦਲਣੀ ਚਾਹੀਦੀ ਆ। ਇਸ ਵਾਰ ਸਾਰੇ ਦੇ ਚਾਹੁੰਦੇ ਬਦਲਾਅ ਹੋਣਾ ਚਾਹੀਦਾ। ਪੰਜਾਬ 1 TV देखते हुए सारे दोस्तों को प्यार भरी सत श्री अकाल जी। मैं विकास मोंगिया एंकर और लैके हाजिर हाँ जी अज बहुत ही स्पैशल शो जिसका नाम है पब्लिक वॉइस। और ये पब्लिक वॉइस बहुत ही स्पैशल है बिकॉज ये जो मुद्दा असी चक्या होया वो है जी आम वोटरस की की सोच है, उस दे बारे असी विचार चर्चा करते पे हाँ, क्योंकि पंजाब विधान सभा चोणां 2022 दियां तैयारियां ऑलमोस्ट मुकम्मल हो चुकी हैं। और अज असी पहुँचे हुए हाँ जलंधर शहर के शहीद आजम भगत सिंह इंटरस्टेट बस टर्मिनल जलंधर। सो जिथे बहुत सारे यात्री अपन अपन मंजिलों वाल वध रहे हैं। सो अज आप इन्हां मुसाफिरां कोलों इन्हां यात्रियों कोलों कोई लुधियाने जा रहा, कोई जलंधर जा रहा, कोई नकोदर जा रहा, कोई चंडीगढ़ जा रहा। सो इन्हां वोटर्स कोलों जाणांगे भी आने वाले ਜਿਹੜੇ इलैक्शन है ਉਹਦੇ ਵਿੱਚ ਉਹਨਾਂ ਦੀ ਕੀ ਸੋਚ ਹੈ, ਕੀ ਮੁਹਿੰਮ ਹੈ, ਕੀ ਸੋਚ ਕੇ ਉਹ ਵੋਟ ਪਾਣਗੇ। ਗੱਲ ਕਰਦੇ ਇਹਨਾਂ ਦੇ ਨਾਲ। ਹੈਲੋ ਭਾਈ ਸਾਹਿਬ, ਕੀ ਹਾਲ ਹੈ ਤੁਹਾਡਾ? ਠੀਕ ਹੈ ਜੀ। ਠੀਕ ਹੋ? ਅੱਛਾ, ਮੈਨੂੰ ਇਹ ਦੱਸੋ ਵੀ ਇਲੈਕਸ਼ਨਾਂ ਦੇ ਵਿੱਚ ਹਰ ਸਾਲ ਤੁਸੀਂ ਵੋਟ ਪਾਉਂਦੇ ਹੋ ਪੰਜਾਬ ਵਿਧਾਨ ਸਭਾ ਦੀਆਂ, ਇਸ ਵਾਰ ਇਲੈਕਸ਼ਨ ਦੇ ਵਿੱਚ ਕੀ ਸੋਚ ਕੇ ਵੋਟ ਪਾਣੀ ਹੈ ਤੁਸੀਂ? ਦੇਖੋ ਜੀ, ਇਸ ਟਾਈਮ ਤਾਂ ਸਾਨੂੰ ਮੁੱਖ ਮੰਤਰੀ ਜਿਹੜੇ ਕਾਂਗਰਸ ਦੇ ਚੰਨੀ ਹੈਗੇ ਜੀ, ਉਹ ਸਾਨੂੰ ਚੰਗੇ ਲੱਗੇ ਆ। ਅੱਛਾ, ਉਹਨਾਂ ਦੀ ਕਿਹੜੀ ਗੱਲ ਚੰਗੀ ਲੱਗੀ ਤੁਹਾਨੂੰ? ਕਿਉਂਕਿ ਇਹ ਜਿੰਨੇ ਵੀ ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਸਾਰੇ ਵਾਅਦੇ ਕਰਦੇ ਆ ਵੀ ਮੈਂ ਆ ਕਰੂੰਗਾ, ਉਹ ਕਰੂੰਗਾ। ਉਹ ਜਿਹੜੇ ਵਾਅਦੇ ਹੁੰਦੇ ਸਾਰੇ ਉੱਪਰਲੇ ਲੈਵਲ ਦੇ ਹੁੰਦੇ ਆ, ਤੇ ਇਹ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸਾਰੇ ਗਰੀਬਾਂ ਵਾਸਤੇ ਕੀਤੇ ਆ। ਜਿੱਦਾਂ ਕਿ ਬਿਜਲੀ ਦਾ ਬਿੱਲ ਮਾਫ ਹੈਗਾ, ਜਾਂ ਫਿਰ ਆਟੋ ਦੇ ਚਲਾਨ ਕੱਟੇ ਹੋਏ ਹੈਗੇ ਜਿਹੜੇ ਮਾਫ ਕਰਨੇ ਆ, ਪਾਣੀ ਦਾ ਬਿੱਲ ਮਾਫ ਆ, ਲੈਟਰਿਨ ਬਾਥਰੂਮ ਦਾ ਬਿੱਲ ਮਾਫ ਆ, ਹੋਰ ਵੀ ਕਿ ਇੱਦਾਂ ਦੇ ਜਿਹੜੇ ਸਾਨੂੰ ਨੌਲੇਜ 'ਚ ਬਾਹਰ ਆ, ਪਰ ਚੰਗਾ ਕੰਮ ਕੀਤਾ। ਅਖਬਾਰਾਂ 'ਚ ਆਪੇ ਪੜ੍ਹਦੇ ਆਉਂਦੇ ਆ, ਬਹੁਤ ਵਧੀਆ ਕੰਮ ਕਰ ਰਹੇ ਆ। ਵੀ ਤੁਸੀਂ ਚਾਹੁੰਦੇ ਹੋ ਵੀ ਜੇ ਸੀਐਮ ਦੀ ਕੁਰਸੀ ਤੇ ਕੋਈ ਬੰਦਾ ਡਿਜ਼ਰਵ ਕਰਦਾ ਤੇ ਉਹ ਚਰਨਜੀਤ ਚੰਨੀ ਜੀ ਹੈ? ਹਾਂਜੀ, ਚੰਨੀ ਹੋਣਾ ਚਾਹੀਦਾ ਹੈ ਨਾ ਜੀ। ਅਸੀਂ ਚੰਨੀ ਨੂੰ ਸਪੋਰਟ ਕਰਾਂਗੇ। ਮੈਂ ਮਹੱਲਾ ਦੌਲਤਪੁਰੀ ਸਾਂਸੀ ਬਰਾਦਰੀ ਦਾ ਪ੍ਰਧਾਨ ਆ। ਘੱਟ ਤੋਂ ਘੱਟ 300 350 ਵੋਟਾਂ ਆ। ਅੱਛਾ ਜੀ। ਉਹ ਮੈਂ ਆਪਣੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣੀਆਂ ਸਾਰੀਆਂ। ਮੈਂ ਮੀਟਿੰਗ ਵੀ ਕਰ ਚੁੱਕਿਆ ਉੱਦਾਂ। ਸਾਡੇ MLA ਰਜਿੰਦਰ ਵੈਰੀ ਜੀ ਪਹਿਲਾਂ ਸੀਗੇ, ਹੁਣ ਵੀ ਉਹਨੂੰ ਮੀਟਿੰਗ ਕਰਕੇ ਮੈਂ ਕਰ ਚੁੱਕਿਆ। ਪਰ ਸਾਡਾ ਮੁੱਖ ਮੰਤਰੀ ਚੰਨੀ ਹੋਣਾ ਚਾਹੀਦਾ, ਸਾਨੂੰ ਉਹੀ ਵਧੀਆ ਲੱਗਿਆ ਜੀ। ਸੋ ਜੀ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੈ। ਅੱਛਾ ਭਾਜੀ, ਜਦੋਂ ਬਾਕੀ ਮੰਤਰੀ ਸਾਹਮਣੇ ਆਉਂਦੇ ਆ ਤੇ ਬਾਕੀ ਸਰਕਾਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਜੀ, ਹੁਣ ਜਿਹੜੇ ਦੂਸਰੇ ਹੈਗੇ ਆ, ਮੰਨ ਲਓ ਹੁਣ ਆਮ ਪਾਰਟੀ ਆ, ਜ਼ੋਰ ਹੈਗਾ ਉਹਨਾਂ ਦਾ, ਪਰ ਉਹਨਾਂ ਦੇ ਜਿਹੜੇ ਵਰਕਿੰਗ ਹੈਗੀ ਆ, ਜਿਹੜੇ ਚਿਹਰੇ ਉਹਨਾਂ ਦੇ ਨਾਮੀ ਨਹੀਂ ਹੈਗੇ। ਚਿਹਰਾ ਜਿਹੜਾ ਹੈਗਾ ਉਹ ਇੰਨੇ ਖਾਸ ਨਹੀਂ ਹੈਗੇ ਆ, ਜਾਣਦੇ ਨਹੀਂ ਲੋਕੀ। ਹੁਣ ਸਾਡੇ ਸੈਂਟਰ ਹਲਕੇ ਜੋ ਖੜੇ ਆ ਜਿਹੜੇ, ਉਹਨੂੰ ਬਹੁਤ ਘੱਟ ਲੋਕੀ ਜਾਣਦੇ ਆ। ਉਹ ਆਪਣੇ ਏਰੀਆ 'ਚ ਹੋਣਗੇ ਠੀਕ, ਪਰ ਸਾਡੇ ਜਿਹੜੇ ਵਾਰਡ ਆ ਜਾਂ ਦੂਸਰੇ ਵਾਰਡ ਆ ਉੱਥੇ ਕੋਈ ਨਹੀਂ ਜਾਣਦਾ ਹੈਗਾ। ਇੱਦਾਂ ਹੀ ਜਿਹੜੇ ਹੋਰ ਜਿਹੜੇ ਇਹਨਾਂ ਦੇ ਨਾਲ ਜੁੜੇ ਹੈ, ਜਿੱਦਾਂ ਕਿ ਹੁਣ ਮੁੱਖ ਮੰਤਰੀ ਦਾ ਐਲਾਨ ਕਰਤਾ ਉਹਨਾਂ ਨੇ ਭਗਵਤ ਮਾਨ ਦਾ, ਠੀਕ ਹੈ ਜੀ। ਉਹਨਾਂ ਜਿਹੜੀ ਟੀਮ ਹੈ, ਜਿਹੜੇ ਆਪਣੇ ਆਪਣੇ ਇਲਾਕੇ 'ਚ ਹੈਗੇ, ਦੂਸਰੇ ਇਲਾਕਿਆਂ 'ਚ ਜਾਣਦੇ ਹੀ ਨਹੀਂ ਹੈਗੇ। ਇਹ ਚੱਕਰ ਹੈ ਸਾਰਾ। ਇਸ ਵਾਰ ਜਿਹੜੀ ਸਿਆਸਤ ਹੈ ਉਹਦਾ ਕੀ ਮਾਹੌਲ ਦੇਖਦੇ ਹੋ ਤੁਸੀਂ? ਕੀ ਰਿਜ਼ਲਟ ਕੀ ਆਏਗਾ ਸਾਹਮਣੇ? ਦੇਖੋ ਜੀ, ਜ਼ੋਰ ਤਾਂ ਸਾਰਾ ਹੀ ਹੈਗਾ ਜੀ। ਉਧਰ ਜਿੱਥੇ ਤੱਕ ਮੇਰਾ ਖਿਆਲ ਹੈਗਾ,
ਫਸਵੀਂ ਟੱਕਰ ਆ ਸਾਰਿਆਂ ਦੀ। ਅੱਛਾ ਜਿੱਦਾਂ ਕਿ ਬੀਜੇਪੀ ਦੀ ਤੇ ਬੀਜੇਪੀ ਦੇ ਜਿਹੜੇ ਹੈਗੇ ਆ ਉਹਨਾਂ ਨਾਲ ਉਹ ਵੱਖਰੀ ਲੜੀ ਜਾਂਦੇ ਆ। ਉਹਨਾਂ ਦਾ ਇਸ ਟਾਈਮ ਮੇਰੇ ਹਿਸਾਬ ਨਾਲ ਘੱਟ ਜਾਨੀ ਕਿ ਹੈਗਾ ਉਹਨਾਂ ਦਾ ਚਾਂਸ। ਉਹ ਕਿਉਂ ਹੈਗਾ? ਇੱਕ ਤਾਂ ਜਿਹੜਾ ਆਪਣਾ ਕਿਸਾਨਾਂ ਦਾ ਰੌਲਾ ਸੀਗਾ, ਕਿਸਾਨਾਂ ਨੇ 750 ਕਹਿੰਦੇ ਬੰਦੇ ਮਰ ਗਏ ਉੱਥੇ, ਆਪਾਂ ਅਖਬਾਰਾਂ 'ਚ ਪੜ੍ਹਦੇ ਰਹੇ ਆ। ਇਹ ਜਿਹੜੇ ਮੇਰੇ ਹਿਸਾਬ ਨਾਲ ਉਸ ਬੀਜੇਪੀ ਵਾਲੇ ਸਾਰੇ ਕਹਿੰਦੇ ਆ ਵੀ ਮੋਦੀ ਨੇ, ਪ੍ਰਧਾਨ ਮੰਤਰੀ ਨੇ ਆਪਣਾ ਜਿਹੜਾ ਲਾਗੂ ਕੀਤਾ ਸੀ ਕਿਸਾਨਾਂ ਤੇ, ਉਹ ਉਹਨਾਂ ਨੇ ਵਾਪਸ ਲੈ ਲਿਆ। ਇਹ ਬੜੇ ਧੜੱਲੇ ਨਾਲ, ਬੜੇ ਗਰਮ ਨਾਲ ਕਹਿ ਰਹੇ ਬੀਜੇਪੀ ਵਾਲੇ, ਪਰ ਲਾਗੂ ਵੀ ਤਾਂ ਉਹਨਾਂ ਨੇ ਕੀਤਾ ਸੀ। ਲਾਗੂ ਉਹਨਾਂ ਨੇ ਕੀਤਾ ਸੀ, ਤਾਂ ਹੀ ਤੇ ਉਹਨਾਂ ਨੇ ਫਿਰ ਨਾਰਾਜ਼ ਹੈਗੇ ਸਾਰੇ। ਜਾਂ ਕੋਈ ਪੁਰਾਣਾ, ਕੋਈ ਸਦੀਆਂ ਪੁਰਾਣਾ ਕੋਈ ਚੱਲਿਆ ਹੁੰਦਾ, ਕੋਈ ਇੱਦਾਂ ਦਾ ਕਾਨੂੰਨ ਬਣਿਆ ਹੁੰਦਾ, ਉਹ ਕਰਦਾ ਤਾਂ ਫਿਰ ਲੋਕੀ ਖੁਸ਼ ਹੁੰਦੇ ਆ। ਬਈ ਕੁੱਲ ਮਿਲਾ ਕੇ ਤੁਸੀਂ ਚਾਹੁੰਦੇ ਹੋ ਵੀ ਜੇ ਇਸ ਵਾਰ ਕੋਈ ਸੀਐਮ ਬਣੇ ਤੇ ਉਹ ਚੰਨੀ ਸਾਹਿਬ ਬਣਨ? ਹਾਂ, ਚੰਨੀ ਬਣਨਾ ਚਾਹੀਦਾ, ਸਾਡੇ ਹਿਸਾਬ ਨਾਲ ਚੰਨੀ ਬਣਨਾ ਚਾਹੀਦਾ। ਸੋ ਜੀ ਹਰ ਇੱਕ ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਹਰ ਇੱਕ ਦੀ ਆਪਣੀ ਆਪਣੀ ਸੋਚ ਹੈ, ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਹੈਗਾ ਜੀ। ਸਾਡੇ ਕੋਲ ਜਲੰਧਰ ਸ਼ਹਿਰ ਦੇ ਇਸ ਬੱਸ ਸਟੈਂਡ ਦੇ ਵਿੱਚ ਬਹੁਤ ਸਾਰੇ ਮੁਸਾਫਿਰ ਨੇ। ਆਪਾਂ ਇੱਕ ਇੱਕ ਮੁਸਾਫਿਰ ਨਾਲ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ। ਗੱਲ ਕਰਦੇ ਇਹਨਾਂ ਦੇ ਨਾਲ। ਭਾਜੀ ਕੀ ਹਾਲ ਚਾਲ ਤੁਹਾਡਾ? ਸਰ ਫਾਈਨ। ਫਾਈਨ। ਔਰ ਐਤਵਾਰ ਨੂੰ ਇਲੈਕਸ਼ਨ ਹੈ ਤੇ ਕੀ ਪਲਾਨ ਹੈ ਤੁਹਾਡਾ? ਕੀ ਸੋਚ ਕੇ ਵੋਟ ਪਾਓਗੇ ਇਸ ਵਾਰ? ਸਰ ਮੇਰਾ ਤਾਂ ਵੈਸੇ ਮਨ ਹੈ ਵੋਟ ਪਾਉਣ ਦਾ ਨਹੀਂ, ਕਿਉਂਕਿ ਸਾਡੇ ਵਾਸਤੇ ਕੁਛ ਨਹੀਂ ਕਰ ਰਿਹਾ। ਦੇਖੋ ਅਸੀਂ ਪੜ੍ਹ ਲਿਖ ਕੇ ਆਹ ਦੇਖ ਲਓ ਰਿਜ਼ਿਊਮ ਲੈ ਕੇ ਫਿਰ ਰਹੇ। ਮਤਲਬ ਪੰਜਾਬ ਦਾ ਸਭ ਮੈਂ ਇੱਥੇ ਅੱਡੇ ਤੇ ਵੀ ਕੰਮ ਕੀਤਾ ਜਦੋਂ ਇਹ ਪਹਿਲਾਂ ਨਵਾਂ ਬਣਿਆ ਸੀ ਨਾ ਅੱਡਾ। ਦੈਟ ਟਾਈਮ ਮੈਂ ਆਈ ਵਾਜ਼ ਮਤਲਬ ਹਾਊਸਕੀਪਿੰਗ ਹੈਡ, ਮਤਲਬ ਮੈਂ ਮੇਨਟੇਨੈਂਸ ਦੇ ਪੂਰੇ ਇੰਚਾਰਜ ਸੀ ਇੱਥੇ। ਤੇ ਉਹ ਵੀ ਮਤਲਬ ਜਦੋਂ ਕੰਟਰੈਕਟ ਖਤਮ ਹੋ ਗਿਆ ਤਾਂ ਖਤਮ ਹੋ ਗਿਆ। ਹੁਣ ਤਰਨਤਾਰਨ ਬੱਸ ਸਟੈਂਡ ਤੇ ਜੌਬ ਕਰ ਰਹੇ ਸੀ, ਉਹ ਵੀ ਮਤਲਬ ਡਿਊ ਟੂ ਦਿਸ ਕਰੋਨਾ ਸਾਡੀ ਤਾਂ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ। ਸਰਕਾਰਾਂ ਇਸ ਤਰ੍ਹਾਂ ਕਹਿ ਹੀ ਰਹੀਆਂ ਨਾ, ਕੁਝ ਨਹੀਂ ਕੋਈ ਕਰ ਰਿਹਾ। ਤੁਹਾਡੇ ਹਿਸਾਬ ਨਾਲ ਜਿਹੜਾ ਪੰਜਾਬ ਦਾ ਸਭ ਤੋਂ ਮੇਨ ਮੁੱਦਾ ਉਹ ਰੋਜ਼ਗਾਰ ਹੈ, ਏਮਪਲੋਇਮੈਂਟ ਹੈ। ਹਾਂਜੀ, ਆਹ ਦੇਖ ਲਓ ਮੇਰੇ ਕੋਲ, ਆਹ ਦੇਖ ਲਓ ਰਿਜ਼ਿਊਮ ਆ। ਅਜੇ ਵੀ ਅਸੀਂ ਧੱਕੇ ਖਾ ਰਹੇ ਹਾਂ। ਮੈਂ ਪੜ੍ਹ ਲਿਖ ਕੇ ਵੀ ਮਤਲਬ ਕਿ ਅਸੀਂ ਕੰਮ ਹੈ ਨਹੀਂ ਹੈਗਾ। ਹੁਣ ਵੀ ਸਾਡਾ ਕੰਟਰੈਕਟ ਉੱਥੇ ਖਤਮ ਹੋ ਗਿਆ ਡਿਊ ਟੂ ਦਿਸ ਕਰੋਨਾ, ਤੇ ਉਹਦੇ ਸਾਡੀ ਕਿਸੇ ਸਰਕਾਰ ਨੇ ਕੋਈ ਹੈਲਪ ਹੀ ਨਹੀਂ ਕੀਤੀ। ਤਿੰਨ ਚਿਹਰੇ ਇਸ ਵੇਲੇ ਨਜ਼ਰ ਆਉਂਦੇ ਪਏ ਆ ਹਰ ਇੱਕ ਨੂੰ, ਤਿੰਨਾਂ ਪਾਰਟੀਆਂ ਦੇ ਸਾਹਮਣੇ ਤੁਸੀਂ ਵੀ ਦੇਖਦੇ ਪਏ ਹੋ ਚੰਗੀ ਤਰ੍ਹਾਂ। ਮੇਰੇ ਹਿਸਾਬ ਨਾਲ ਤਾਂ ਸਰ ਕੇਜਰੀਵਾਲ ਨੂੰ ਆਉਣਾ ਚਾਹੀਦਾ ਇੱਥੇ ਪੰਜਾਬ ਦੇ ਵਿੱਚ, ਬਿਕੋਜ਼ ਉਹਦੇ ਤੇ ਸਾਨੂੰ ਕੁਝ ਉਮੀਦ ਵੀ ਆ ਕਿ ਇਨਫੈਕਟ ਉਹਨਾਂ ਦਾ ਮਤਲਬ ਜੇ ਉਹ ਆਣਗੇ ਤਾਂ ਕੁਝ ਹੋਏਗਾ। ਕਿਉਂਕਿ ਸਾਡੇ ਤਾਂ ਸ਼ੁਰੂ ਤੋਂ ਸਰ ਮੇਰੇ ਮਾਂ-ਬਾਪ ਨੇ ਕਾਂਗਰਸ ਨੂੰ ਅਸੀਂ ਵੋਟ ਪਾਈ ਸੀ, ਕਾਂਗਰਸ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ, ਤੇ ਮੋਦੀ ਜੀ ਨੇ ਤਾਂ ਬੇੜਾ ਹੀ ਕਰ ਦਿੱਤਾ ਦੇਸ਼ ਦਾ। ਅੱਛਾ, ਤੁਹਾਡੇ ਹਿਸਾਬ ਨਾਲ ਜਦੋਂ ਤੁਸੀਂ ਕਿਹਾ ਮੇਰੇ ਮਾਪੇ ਨੇ ਕਾਂਗਰਸ ਨੂੰ ਵੋਟ ਪਾਈ, ਇਹ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਅਵੇਅਰ ਹੋ ਚੁੱਕੀ ਹੈ? ਹੁਣ ਸਰ ਬਿਲਕੁਲ ਹੋ ਚੁੱਕੀ ਹੈ, ਕਿਉਂਕਿ ਸਾਨੂੰ ਹੁਣ ਪਤਾ ਲੱਗ ਗਿਆ ਹੈਗਾ ਕਿ ਮਤਲਬ ਕੁਝ ਵੀ ਨਹੀਂ, ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ। ਉਦੋਂ ਅਸੀਂ ਬੇਵਕੂਫ ਸੀਗੇ ਜਿਹੜੇ ਕਿ ਅਸੀਂ ਆਪਣੇ ਮਤਲਬ ਨਕਸ਼ੇ ਕਦਮਾਂ ਤੇ ਚੱਲ ਰਹੇ ਸੀ ਕਿ ਅਸੀਂ ਕਾਂਗਰਸ ਨੂੰ ਅੱਗੇ ਕਰ ਰਹੇ ਸੀ। ਕੱਟੜਵਾਦ ਸੀਗਾ। ਸਹੀ ਹੈ ਤੁਸੀਂ ਕਹਿ ਰਹੇ। ਸਾਨੂੰ ਇਹ ਨਹੀਂ ਸੀ ਹੁੰਦਾ ਵੀ ਕੌਣ ਖੜਾ ਹੋਇਆ, ਲੇਕਿਨ ਸਾਨੂੰ ਇਹ ਸੀਗਾ ਵੀ ਪੰਜਾ ਆ ਤਾਂ ਉੱਥੇ ਵੋਟ ਪਾਣੀ। ਪਰ ਇਨਫੈਕਟ ਹੁਣ ਤਾਂ ਬਹੁਤ ਹੀ ਮਨ ਦੁਖੀ ਆ ਇਸ ਟਾਈਮ ਕਿ ਕੋਈ ਸੁਣਾਈ ਨਹੀਂ ਹੈ, ਕੋਈ ਕੁਛ ਨਹੀਂ। ਹੁਣ ਸਰਕਾਰਾਂ ਇਸ ਤਰ੍ਹਾਂ ਕਹੀ ਜਾਂਦੀਆਂ ਸਰ ਕਿ ਅਸੀਂ ਆਹ ਦੇ ਰਹੇ, ਐਡ ਦੇ ਰਹੇ, ਉਹ ਦੇ ਰਹੇ। ਸਾਨੂੰ ਤਾਂ ਅਸੀਂ ਉੱਥੇ ਤਰਨਤਾਰਨ ਬੱਸ ਸਟੈਂਡ 'ਤੇ ਫਸੇ ਹੋਏ ਸੀ ਜਦੋਂ ਪਿੱਛੇ ਕਰੋਨਾ ਸੀਗਾ। ਸਾਡੀ ਤਾਂ ਕਿਸੇ ਨੇ ਕੋਈ ਹੈਲਪ ਉੱਥੇ ਇੱਕ ਰੁਪਈਆ ਨਹੀਂ ਕਿਸੇ ਨੇ ਹੈਲਪ ਕੀਤੀ। ਔਰ ਉਸ ਤੋਂ ਬਾਅਦ ਜਿਹੜੇ ਅਸੀਂ ਉਹਦੇ 'ਚ ਸੀਗੇ ਮਤਲਬ ਜਿਹੜੀ ਕੰਪਨੀ ਦੇ ਵਿੱਚ ਸੀ, ਉਹਨਾਂ ਨੇ ਵੀ ਸਾਡੇ ਵਾਸਤੇ ਕੁਛ ਨਹੀਂ ਕੀਤਾ। ਤੁਸੀਂ ਕੁੱਲ ਮਿਲਾ ਕੇ ਬਦਲਾਵ ਚਾਹੁੰਦੇ ਹੋ ਪੰਜਾਬ ਦੇ ਵਿੱਚ? ਬਿਲਕੁਲ ਸਰ, ਬਿਲਕੁਲ ਹੋਣਾ ਚਾਹੀਦਾ, ਤਾਂ ਹੀ ਆ ਕਿਉਂਕਿ ਆਜ ਤੱਕ ਦੁਨੀਆ ਕਾਇਮ ਹੈ। ਤੇ ਮੇਰੇ ਹਿਸਾਬ ਨਾਲ ਸਭ ਨੂੰ ਉਹਨਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ, ਤੇ ਇਹਦਾ ਹੋਰ ਕੋਈ ਸੋਲੂਸ਼ਨ ਹੀ ਨਹੀਂ ਹੈਗਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਦੇਖੋ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ, ਹਰ ਇੱਕ ਦੀ ਆਪਣੀ ਆਪਣੀ ਸੋਚ। ਅੱਜ ਦਾ ਜਿਹੜਾ ਵੋਟਰ ਹੈ ਉਹ ਸੁਚੇਤ ਹੋ ਚੁੱਕਾ ਹੈ। ਉਹ ਚਾਹੁੰਦਾ ਵੀ ਮੈਂ ਜਿਹੜਾ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਹੈ ਨਾ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕਰਾਂ। ਸੋ ਜੀ ਪੰਜਾਬ 1 ਟੀਵੀ ਦੇ ਵਿੱਚ ਪਬਲਿਕ ਵੌਇਸ ਸ਼ੋਅ ਚੱਲਦਾ ਪਿਆ ਜੀ। ਜਲੰਧਰ ਦੇ ਅਸੀਂ ਬੱਸ ਸਟੈਂਡ ਦੇ ਉੱਪਰ ਹਾਂ, ਜਿੱਥੇ ਕਿ ਬਹੁਤ ਸਾਰੇ ਮੁਸਾਫਿਰ ਹੈ ਜਿਹੜੇ ਆਪਣੀਆਂ ਆਪਣੀਆਂ ਮੰਜ਼ਿਲਾਂ ਨੂੰ ਵੱਧਦੇ ਪਏ ਆ, ਤੇ ਉੱਥੇ ਹੀ ਇੱਕ ਮੁਲਾਜ਼ਮ ਨੇ ਔਰ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਭਾਜੀ ਕੀ ਹਾਲ ਚਾਲ ਤੁਹਾਡਾ? ਠੀਕ ਹੈ ਭਾਜੀ। ਠੀਕ ਹੋ ਭਾਜੀ? ਇਸ ਵਾਰ ਜਿਹੜੇ ਇਲੈਕਸ਼ਨ ਹੋ ਰਹੇ ਆ, ਪੰਜਾਬ ਵਿਧਾਨ ਸਭਾ ਚੋਣਾਂ ਹੋ ਰਹੀਆਂ, ਉਹਦੇ ਵਿੱਚ ਹਰ ਵੋਟਰ ਸੁਚੇਤ ਹੈ। ਇਸ ਵਾਰ ਕੀ ਸੋਚ ਕੇ ਤੁਸੀਂ ਵੋਟ ਪਾਉਣ ਦਾ ਸੋਚਿਆ? ਇਸ ਵਾਰ ਅਸੀਂ ਨਵੀਂ ਸਰਕਾਰ ਲੈਣਾ ਚਾਹੁੰਦੇ, ਝਾੜੂ ਵਾਲੀ। ਅੱਛਾ। ਕਿ ਉਹਨਾਂ ਸਾਨੂੰ ਬਹੁਤ ਆਸਾਂ ਤੇ ਉਮੀਦਾਂ ਵਾ ਕਿ ਜਿਹੜੀਆਂ ਸਰਕਾਰਾਂ ਪਹਿਲੇ ਕੁਝ ਨਹੀਂ ਕਰ ਸਕੀਆਂ, ਨਵੀਂ ਸਰਕਾਰ ਆਈ ਸ਼ਾਇਦ ਸਾਡੇ ਬਾਰੇ ਕੁਝ ਸੋਚੇ।
ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਤੋਂ ਤੁਸੀਂ ਨਾਰਾਜ਼ ਹੋ? ਹਾਂਜੀ। ਕੀ ਨਾਰਾਜ਼ਗੀਆਂ ਤੁਹਾਡੀਆਂ? ਅੱਜ ਤੱਕ ਸਾਨੂੰ 10-15 ਸਾਲ ਹੋ ਗਏ, ਅਸੀਂ ਇੱਥੇ ਕੱਚੇ ਹੀ ਹਾਂ ਮੁਲਾਜ਼ਮ, ਅੱਛਾ। ਨਾ ਕੋਈ ਪੁੱਛਤਿਛ ਨਾ ਕੁਛ। ਤੁਹਾਡੀ ਮੇਨ ਡਿਮਾਂਡ ਕੀ ਹੈ? ਜਿਹੜਾ ਆਉਣ ਵਾਲਾ ਸੀਐਮ ਹੋਵੇ ਉਹਨਾਂ ਤੋਂ ਕੋਈ ਆਪਣਾ ਮੇਨ ਮੁੱਦਾ ਹੈ ਤੁਹਾਡੇ ਦਿਮਾਗ ਦੇ ਵਿੱਚ? ਤਾਂ ਇਹੀ ਮੁੱਦਾ ਕਿ ਸਾਨੂੰ ਪੱਕਾ ਕੀਤਾ ਜਾਵੇ। ਅੱਛਾ, ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕੀਤਾ ਜਾਵੇ। ਹਾਂਜੀ ਓਕੇ। ਤੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਦੇ ਵਿੱਚ ਬਦਲਾਅ ਆਵੇ? ਹਾਂਜੀ, ਬਦਲਾਅ ਆਵੇ। ਓਕੇ। ਸੋ ਵੋਟ ਦਾ ਇਸਤੇਮਾਲ ਇਸ ਤੋਂ ਪਹਿਲਾਂ ਵੀ ਕੀਤਾ ਤੇ ਮੈਂ ਇਹ ਨਹੀਂ ਪੁੱਛਣਾ ਵੀ ਕਿਹਨੂੰ ਤੁਸੀਂ ਵੋਟ ਪਾਈ ਸੀਗੀ, ਇਸ ਵਾਰ ਤਾਂ ਮਨ ਬਣਾਇਆ ਹੋਇਆ ਤੁਸੀਂ ਵੀ ਕਿਹਨੂੰ ਵੋਟ ਪਾਣੀ ਹੈ? ਹਾਂਜੀ ਹਾਂਜੀ ਹਾਂਜੀ, ਬਣਾਇਆ ਹੈ ਝਾੜੂ ਵਾਲੀ ਸਰਕਾਰ ਨੂੰ। ਸੋ ਜੀ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ, ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ। ਸੋ ਬਹੁਤ ਸਾਰੇ ਮੁਸਾਫਿਰ ਸਾਡੇ ਨਾਲ ਜੁੜੇ ਹੋਏ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਕੋਸ਼ਿਸ਼ ਇਹੀ ਹੈ। ਹੈਲੋ ਭਾਜੀ, ਕੀ ਹਾਲ ਚਾਲ ਤੁਹਾਡਾ? ਠੀਕ ਹੋ? ਵੋਟ ਪਾਣੇ ਹੋ? ਹਾਂਜੀ ਹਾਂਜੀ। ਇਸ ਵਾਰ ਵੋਟ ਪਾਣੀ ਹੈ ਤੁਸੀਂ? ਹਾਂਜੀ ਪਾਣੀ ਹੈ ਜੀ। ਕੀ ਸੋਚ ਕੇ ਵੋਟ ਪਾਣੀ ਹੈ? ਅਕਾਲੀ ਦਲ ਦੀ ਸਰਕਾਰ ਹੈ ਜੀ। ਹਾਂਜੀ, ਅਕਾਲੀ ਹੈ ਜੀ। ਅਕਾਲੀ ਪਾਰਟੀ। ਹਾਂਜੀ। ਤੇ ਪੰਜਾਬ ਦੇ ਕਿਹੜੇ ਐਸੇ ਮੁੱਦੇ ਆ ਜਿਹੜੇ ਤੁਹਾਨੂੰ ਲੱਗਦਾ ਵੀ ਯਾਰ ਇਹ ਸੁਲਝਣੇ ਚਾਹੀਦੇ ਆ, ਇਹ ਤੇ ਗੱਲਬਾਤ ਹੋਣੀ ਚਾਹੀਦੀ ਹੈ ਕੋਈ? ਇੱਦਾਂ ਹੀ ਮੁੱਦੇ ਇੱਦਾਂ ਹੋ ਸਕਦੇ ਜੀ ਵੀ ਸਰਕਾਰ ਨੇ ਨਾ ਕੇਜਰੀਵਾਲ ਨੇ ਕੀਤਾ ਜੀ, ਨਾ ਚੰਨੀ ਨੇ ਕੀਤਾ, ਨਾ ਕੈਪਟਨ ਨੇ ਕੁਝ ਕੀਤਾ ਜੀ। ਜੋ ਵੀ ਜਾਂਦੇ ਸਭ ਕੁਝ ਕਰਦਾ ਜੀ ਭਲੇ ਵਾਸਤੇ ਵੀ ਕਿ ਅਸੀਂ ਮੰਗਿਆ ਕੁਝ, ਉਹ ਸਾਡੀ ਡਿਮਾਂਡ ਪੂਰੀ ਕੀਤੀ ਨਹੀਂ। ਅੱਛਾ। ਜੇ ਅਸੀਂ ਅੱਜ ਤੱਕ ਕਹਿੰਦੇ ਆ, ਅਸੀਂ ਪਹਿਲਾਂ ਸਾਡੀ ਸਰਕਾਰ ਪਰ ਕਰ ਲਈ ਜਾਂਦੀ ਸੀ, ਉਹ ਵਾਪਸ ਆਉਣੀ ਚਾਹੀਦੀ। ਸਾਡੀ ਉਹਨੂੰ ਬਹੁਤ ਰਾਜਨੀਤੀ ਕੀਤੀ ਸੀਗੀ, ਪਰ ਉਹ ਗੱਲਾਂ ਪਹਿਲਾਂ ਨਹੀਂ ਰਹੀਆਂ ਸੀ ਜਿਹੜੀ ਕਾਂਗਰਸ ਨੇ ਐਕਤੀ ਮੈਨੂੰ ਖੁਰ ਚੁੱਕ ਕਰ ਦਿੱਤੀ ਹੈ। ਅੱਛਾ। ਤੇ ਹੁਣ ਸੁਖਬੀਰ ਬਾਦਲ ਸਾਹਿਬ ਜਿਹੜੇ ਸੀਐਮ ਦੀ ਕੁਰਸੀ ਤੇ ਬੈਠਣ ਵਾਲੇ ਆ, ਤੁਹਾਡੇ ਮੁਤਾਬਿਕ ਤੁਸੀਂ ਅਕਾਲੀ ਪਾਰਟੀ ਨੂੰ ਵੋਟ ਪਾਣੀ ਹੈ ਤੇ ਉਹਨਾਂ ਦੇ ਜਿਹੜੇ ਏਜੰਡੇ ਆ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਵੀ ਅਸੀਂ ਇੰਨੀ ਪੈਨਸ਼ਨ ਫ੍ਰੀ ਦੇਵਾਂਗੇ, ਆ ਬਿੱਲ ਮਾਫ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ, ਸਾਰੇ ਐਲਾਨ ਕੀਤੇ ਗਏ ਆ ਹਰ ਪਾਰਟੀ ਵੱਲੋਂ, ਕੀ ਦੇਖਦੇ ਹੋ ਉਹਨੂੰ? ਅਸੀਂ ਇੱਦਾਂ ਦੇਖਦੇ ਜੀ ਵੀ ਕਹਿਣ ਦਾ ਭਾਵ ਜੀ ਮੇਰਾ ਉਹਨਾਂ ਨੂੰ ਅਸੀਂ ਬਹੁਤ ਵੀ ਕਹਿੰਦੇ ਹਾਂ ਦੀ ਨਾ ਕਾਂਗਰਸ ਵੱਲੋਂ ਹੀ ਪਾਰਟੀ ਵੱਲੋਂ ਹੀ ਕਹਿੰਦੇ ਹਾਂ, ਸਾਰੇ ਅਸੀਂ ਕੀਤਾ ਹੀ ਆ। ਪਹਿਲਾਂ ਵੀ ਕਾਂਗਰਸ ਨੂੰ ਪਹਿਲਾਂ ਪਾਈਆਂ ਸੀ ਵੋਟਾਂ ਜੀ ਕਿ ਕਾਂਗਰਸ ਹੀ ਕਰ ਦੂਗੀ, ਇੱਦਾਂ ਕਰ ਦੂਗੀ ਜੀ। ਹੁਣ ਕਹਿਣ ਦਾ ਭਾਵ ਜੀ ਸਾਡਾ ਵੀ ਘਰ ਵੀ ਜਾ ਕੇ ਤੁਸੀਂ ਦੇਖੋਗੇ ਜਿਵੇਂ ਛੱਤਾਂ ਚੁੰਦੀਆਂ ਸੀ, ਤੇ ਹੁਣ ਤੇ ਜੀ ਅੱਜ ਕੱਲ੍ਹ ਦੀ ਜਿਹੜਾ ਕਾਂਗਰਸ ਨੇ ਕਹਿੰਦੇ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਉਹ ਗੱਲਾਂ ਨਹੀਂ ਅੱਗੇ ਲੈ ਰਹੀਆਂ। ਹੁਣ ਅਸੀਂ ਵੋਟ ਪਾਈ ਸੀ ਤੇ ਕਰ ਲਈਆਂ ਨੇ, ਬਰਾੜ ਖੜਾ ਜੀ ਸਾਡੇ ਪਿੰਡ 'ਚ, ਉੱਥੇ ਹੀ ਉਹ ਕਹਿੰਦੇ ਅਸੀਂ ਕਰਾਂਗੇ ਤੁਹਾਡਾ ਕੋਈ ਮਸਲਾ ਹੱਲ, ਜੋ ਵੀ ਹੈ ਜਿੰਨਾ ਵੀ ਸਾਡੀ ਕੋਸ਼ਿਸ਼ ਹੈ ਹੋਈ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਜੀ ਜਲੰਧਰ ਸ਼ਹਿਰ ਦੇ ਬੱਸ ਸਟੈਂਡ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਮੁਸਾਫਿਰ ਨੇ ਜਿਨ੍ਹਾਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਪਏ ਹਾਂ, ਔਰ ਜਿਹੜਾ ਮੇਨ ਮੁੱਦਾ ਉਹ ਸਾਡਾ ਇਹੀ ਹੈ, ਪੰਜਾਬ ਵਿਧਾਨ ਸਭਾ ਚੋਣਾਂ 2022। ਜਿਹੜਾ ਵੋਟਰ ਹੈ ਉਹ ਸੁਚੇਤ ਹੋ ਚੁੱਕਾ ਹੈ ਔਰ ਉਹਦੇ ਕੋਲ ਜਿਹੜਾ ਅਧਿਕਾਰ ਹੈ ਵੋਟ ਪਾਉਣ ਦਾ ਉਹ ਬਹੁਤ ਹੀ ਖਾਸ ਹੈ। ਉਹ ਚਾਹੁੰਦਾ ਵੀ ਮੇਰੇ ਇਸ ਵੋਟ ਦੇ ਅਧਿਕਾਰ ਦਾ ਜਿਹੜਾ ਇਸਤੇਮਾਲ ਹੈ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋਵੇ। ਭਾਜੀ ਨਮਸਕਾਰ ਜੀ, ਕੀ ਹਾਲ ਚਾਲ ਤੁਹਾਡਾ? ਠੀਕ ਹੋ? ਅੱਛਾ ਸਰ, ਪੰਜਾਬ ਵਿਧਾਨ ਸਭਾ ਚੋਣਾਂ 2022 ਆ ਰਹੀਆਂ, ਐਤਵਾਰ ਨੂੰ ਇਲੈਕਸ਼ਨ ਹੈਗੇ ਆ, ਤੇ ਕੀ ਪਲਾਨ ਹੈਗਾ ਤੁਹਾਡਾ? ਕੀ ਸੋਚ ਕੇ ਵੋਟ ਪਾਉਣ ਦਾ ਪਲਾਨ ਹੈਗਾ ਇਸ ਵਾਰ? ਵੋਟ ਵਧੀਆ ਵਾਤਾਵਰਨ ਹੋਵੇ, ਵਧੀਆ ਐਜੂਕੇਸ਼ਨ ਹੋਵੇ, ਵਧੀਆ ਸਿਹਤ ਸਹੂਲਤਾਂ ਹੋਣ। ਅੱਛਾ ਜੀ। ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ ਪੰਜਾਬ। ਇਹਨਾਂ ਨੇ ਨਵੀਂ ਗੱਲ ਕੀਤੀ ਵੀ ਕਰਪਸ਼ਨ ਫ੍ਰੀ ਹੋਣਾ ਚਾਹੀਦਾ ਪੰਜਾਬ। ਅੱਛਾ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਆ ਗਈਆਂ, ਵੈਸੇ ਤਾਂ 3 ਪਾਰਟੀਆਂ ਸਾਰਿਆਂ ਦੇ ਸਾਹਮਣੇ ਆ, ਹਾਂਜੀ, ਔਰ 3 ਪਾਰਟੀਆਂ ਤੋਂ ਕੀ ਲੱਗਦਾ ਵੀ ਕਿਹੜੀ ਪਾਰਟੀ ਇਸ ਵੇਲੇ ਸਿਆਸਤ ਦੇ ਵਿੱਚ ਆਪਣਾ ਸਿੱਕਾ ਜਮਾਏਗੀ? ਸਿਆਸਤ ਵੈਸੇ ਤਾਂ ਇੰਡੀਪੈਂਡੈਂਟ ਹੋ ਕੇ ਗੱਲ ਕਰਦੇ ਆ ਕਿ 10 ਸਾਲ ਪਹਿਲਾਂ ਜਿਹੜੇ ਅਕਾਲੀ ਦਲ ਸੀਗੇ ਉਹਨਾਂ ਨੇ ਕੰਮ ਵਧੀਆ ਕੀਤੇ ਸੀਗੇ, ਕਾਂਗਰਸ ਵਾਲਿਆਂ ਨੇ ਤਾਂ ਕੋਈ ਇੰਨਾ ਵਧੀਆ ਨਹੀਂ ਕੀਤਾ ਜੀ। ਤੇ ਆਮ ਆਦਮੀ ਪਾਰਟੀ ਕੋਈ ਇੰਨਾ ਨਹੀਂ ਹੈ, ਉਹਨਾਂ ਦਾ ਗਰਾਊਂਡ ਲੈਵਲ ਤੇ ਨਹੀਂ ਹੈ, ਬਾਕੀ ਗੱਲਾਂ ਹੀ ਆ ਉਹਨਾਂ ਦੀਆਂ ਤਾਂ ਜੀ। ਤਿੰਨਾਂ ਪਾਰਟੀਆਂ ਦੇ ਤੁਸੀਂ ਏਜੰਡੇ ਸੁਣੇ ਆ ਵੀ ਅਸੀਂ ਆਹ ਫ੍ਰੀ ਕਰ ਦਾਂਗੇ, ਉਹ ਫ੍ਰੀ ਕਰ ਦਾਂਗੇ, ਉਹਨਾਂ ਨੂੰ ਕਿੱਦਾਂ ਦੇਖਦੇ ਹੋ? ਫ੍ਰੀ ਦੇ ਕਰਨੇ ਨਹੀਂ ਚਾਹੀਦਾ, ਕੁਛ ਵੀ ਫ੍ਰੀ ਵਾਲਾ ਤੇ ਚੱਕਰ ਕਰਨੇ ਨਹੀਂ ਚਾਹੀਦਾ ਨਾ, ਉਹਦਾ ਸਹੂਲਤ ਦੇਣੀ ਚਾਹੀਦੀ। ਕੁਛ ਨਾ ਬਿਜਲੀ ਦਾ ਬਿੱਲ ਥੋੜਾ ਬਾਲਾ ਲੈ ਲੈਣ, ਮਾਫ ਨਾ ਕਰਨ, ਜਿਹਨਾਂ ਕਿ ਪੰਜਾਬ ਦਾ ਖਜ਼ਾਨਾ ਵੀ ਭਰੇ ਤੇ ਆਪਣਾ ਪੰਜਾਬ ਵੀ ਸਹੀ ਤਰੀਕੇ ਨਾਲ ਚੱਲੇ। ਜਿੱਦਾਂ ਬੱਸਾਂ ਦੇ ਵਿੱਚ ਇਸ ਵੇਲੇ ਲੇਡੀਜ਼ ਨੂੰ ਬਿਲਕੁਲ ਫ੍ਰੀ ਹੈ ਸਫ਼ਰ, ਉਹ ਵੀ ਕਾਂਗਰਸ ਸਰਕਾਰ ਵੱਲੋਂ ਕੀਤਾ ਗਿਆ ਸੀਗਾ, ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਵੀ ਇਹ ਸਭ ਕੁਝ ਫ੍ਰੀ ਹੋਣਾ ਚਾਹੀਦਾ, ਕੁਝ
ਲੈਣਾ ਚਾਹੀਦਾ ਜਨਤਾ ਕੋਲੋਂ? ਨਹੀਂ ਲੈਣੇ ਚਾਹੀਦਾ, ਜਨਤਾ ਨੂੰ ਫ੍ਰੀ ਸਹੂਲਤਾਂ ਦੇਣ ਦਾ ਕੋਈ ਫਾਇਦਾ ਨਹੀਂਗਾ। ਗਵਰਨਮੈਂਟ ਦਾ ਪੈਸਾ ਲੱਗਦਾ ਵਾ, ਗਵਰਨਮੈਂਟ ਨੂੰ ਵੀ ਪੈਸਾ ਆਉਣਾ ਚਾਹੀਦਾ। ਫ੍ਰੀ ਵਾਲਾ ਕੰਮ ਗਲਤ ਵਾ ਜੀ। ਤੁਹਾਡੇ ਮੁਤਾਬਿਕ ਪੰਜਾਬ ਦੇ ਸੀਐਮ ਦੀ ਕੁਰਸੀ ਤੇ ਕੌਣ ਡਿਜ਼ਰਵ ਕਰਦਾ ਹੈ ਇਸ ਵੇਲੇ? ਤਿੰਨਾਂ ਦੇ ਵਿੱਚੋਂ ਤਿੰਨ ਚਿਹਰੇ ਤੁਹਾਡੀ ਅੱਖਾਂ ਦੇ ਸਾਹਮਣੇ ਆ, ਕੌਣ ਡਿਜ਼ਰਵ ਕਰਦਾ? ਇਸ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ ਜੀ। ਹਾਂਜੀ, ਜਿਹੜੀ ਪੰਜਾਬ ਦੀ ਸਿਆਸਤ ਹੈ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਸਿਆਸਤ ਬਸ ਵੋਟਾਂ ਤੱਕ ਹੀ ਸਿਆਸਤ ਆ, ਉਸ ਤੋਂ ਬਾਅਦ ਚੋਂ ਤਾਂ ਸਿਆਸਤ ਖਤਮ ਆ ਜੀ। ਹਾਂਜੀ ਹਾਂਜੀ, ਫਿਰ ਸਾਰਾ ਆਪਣੇ ਆਪਣੇ ਕੰਮਕਾਰ ਤੇ ਲੱਗ ਜਾਣਾ। ਇਸ ਵੇਲੇ ਵੋਟਰਾਂ ਦੀ ਲੋੜ ਹੈ ਇਹਨਾਂ ਨੂੰ, ਤੇ ਆਪਣੇ ਲਾਲਚ ਦੇ ਕੇ ਵੋਟ ਖਰੀਦਣਾ ਚਾਹੁੰਦੇ ਬਸ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਜੀ, ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜਿਆ ਹੋਇਆ ਜੀ। ਹਰ ਕੋਈ ਇਸ ਵੇਲੇ ਮਸ਼ਰੂਫ ਹੈ, ਬਿਜ਼ੀ ਹੈ। ਸੋ ਜੀ, ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਇਸ ਵੇਲੇ ਆਪਾਂ ਖੜੇ ਹੋਏ ਹਾਂ, ਜਿੱਥੇ ਬਹੁਤ ਸਾਰੇ ਮੁਸਾਫਿਰ ਵੀ ਗੱਲਾਂ ਕਰਦੇ ਪਏ ਸਾਡੇ ਨਾਲ, ਔਰ ਇਹ ਸਾਰੇ ਵੋਟਰਸ ਨੇ ਜਿਨ੍ਹਾਂ ਨੇ ਪਹਿਲੀ ਵਾਰ ਵੀ ਵੋਟ ਪਾਣੀ ਹੈ ਤੇ ਇਸ ਤੋਂ ਬਾਅਦ ਵੀ ਪਾਣੀ ਹੈ। ਤੇ ਭਾਜੀ, ਕੀ ਹਾਲ ਚਾਲ ਤੁਹਾਡਾ? ਭਾਜੀ ਅਸੀਂ ਵੋਟ ਕੇਜਰੀਵਾਲ ਨੂੰ ਪਾਉਣੀ ਹੈ, ਝਾੜੂ ਨੂੰ। ਕੀ ਕਾਰਨ ਕੀ ਹੈ? ਕਾਰਨ ਕੁਝ ਨਹੀਂ ਭਾਜੀ, ਦੋ ਪਾਰਟੀਆਂ ਤਾਂ ਰੱਜੀਆਂ ਹੋਈਆਂ, ਕਿਸੇ ਹੋਰ ਨੂੰ ਵੀ ਖਾਣ ਦਾ ਮੌਕਾ ਮਿਲਣਾ ਚਾਹੀਦਾ। ਅੱਛਾ, ਅਸੀਂ ਇਹ ਨਹੀਂ ਸੋਚਦੇ ਵੀ ਉਹ ਕੁਝ ਕਰੂਗਾ, ਕਰੇ ਨਾ ਕਰੇ, ਪਰ ਬਦਲਾਅ ਚਾਹੀਦਾ। ਦੋ ਪਾਰਟੀਆਂ ਰੱਜੀਆਂ ਹੋਈਆਂ, ਕਿਸੇ ਹੋਰ ਨੂੰ ਵੀ ਖਾਣ ਦਾ ਮੌਕਾ ਮਿਲਣਾ ਚਾਹੀਦਾ। ਮੇਰੀ ਤਾਂ ਇਹ ਸੋਚ ਆ, ਕੋਈ ਹੋਰ ਵੀ ਰੱਜ ਲਵੇ, ਕੋਈ ਖਾ ਲਵੇ। ਇਹ ਥੋੜਾ ਹੁਣ ਦੋਹਾਂ ਦੇ ਘਰ ਭਰੀ ਜਾਣੇ ਆਪਾਂ। ਕੋਈ ਨਹੀਂ, ਇਹ ਜ਼ਰੂਰੀ ਹੈ ਵੀ ਉਹ ਖਾਣਗੇ ਹੀ, ਜਾਂ ਤੁਹਾਡਾ ਵੀ ਢਿੱਡ ਭਰ ਸਕਦੇ? ਉਹ ਇੱਕ ਬਾਅਦ ਦੀ ਗੱਲ ਆ। ਸਾਡੇ ਕਹਿੰਦਾ ਅਸੀਂ ਇੱਥੇ ਤੱਕ ਵੀ ਸੋਚ ਕੇ ਬੈਠੇ ਆ ਵੀ ਅਗਰ ਕੁਝ ਨਾ ਵੀ ਕਰਨਗੇ, ਕੁਝ ਆਪਣੇ ਲਈ ਤਾਂ ਕਰਨਗੇ ਹੀ। ਇਹਦਾ ਮਤਲਬ ਤੁਸੀਂ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਤੋਂ ਨਾ ਖੁਸ਼ ਹੋ, ਨਾਰਾਜ਼ ਹੋ? ਪੱਕੇ ਕੱਟੜ ਕਾਂਗਰਸੀ ਆ। ਅੱਛਾ, ਹਾਂਜੀ, ਸਾਡੇ ਫਾਦਰ ਸਾਹਿਬ ਸ਼ੁਰੂ ਤੋਂ ਸਾਨੂੰ ਸਿਖਾਇਆ ਗਿਆ ਬਈ ਪੰਜੇ ਨੂੰ ਵੋਟ ਪਾਉਣੀ ਆ, ਪਰ ਨਹੀਂ, ਅਸੀਂ ਐਤਕੀ ਝਾੜੂ ਨੂੰ ਵੋਟ ਪਾਉਣੀ। ਅੱਛਾ, ਵੀ ਪੂਰਾ ਮਨ ਬਣਾਇਆ? ਡਰ ਨਹੀਂਗਾ। ਸਾਨੂੰ ਕਿਹੜਾ ਉਹਨਾਂ ਨੇ ਕੁਝ ਦਿੱਤਾ ਜਾਂ ਅਸੀਂ ਡੋਡੇ ਵੇਚਦੇ ਸਾਨੂੰ ਫੜ ਲੂਗੇ। ਸਾਨੂੰ ਕੋਈ ਡਰ ਨਹੀਂ, ਵੋਟ ਝਾੜੂ ਨੂੰ ਪਾਣੀ। ਕੀ ਮੁੱਦਾ ਹੈਗਾ, ਕੀ ਦਿਮਾਗ ਦੇ ਵਿੱਚ ਕਿਹੜੀਆਂ ਡਿਮਾਂਡਸ ਹੈਗੀਆਂ ਜਿਹੜੀਆਂ ਆਉਣ ਵਾਲੇ ਟਾਈਮ 'ਚ? ਇੱਕ ਮੇਰੀ ਬੇਟੀ ਦੇਖੋ ਇਸ ਵੇਲੇ ਮੈਡੀਕਲ ਕਰ ਰਹੀ ਆ। ਅੱਛਾ ਜੀ। ਮੈਂ ਇੱਕ ਬਹੁਤ ਔਖਾ ਹੋ ਕੇ ਉਹਨੂੰ ਪੜ੍ਹਾ ਰਿਹਾ। ਚਲੋ, ਉਹਨਾਂ ਦੀ ਇਹ ਤਾਂ ਸੋਚ ਹੈ ਕੇਜਰੀਵਾਲ ਦੀ ਵੀ ਅਸੀਂ ਰੋਜ਼ਗਾਰ, ਹਾਂ, ਰੋਜ਼ਗਾਰ ਛੱਡੋ ਵੀ ਐਜੂਕੇਸ਼ਨ ਕੁਛ ਬਾਰੇ ਸੋਚੂਗਾ। ਪੜ੍ਹਿਆ ਲਿਖਿਆ ਬੰਦਾ। ਇਹਨਾਂ ਨੇ ਕਦੇ, ਆਉਣ ਵਾਲੀ ਸਰਕਾਰ ਨੇ ਕਦੇ ਸੋਚਿਆ ਵੀ ਐਜੂਕੇਸ਼ਨ ਚਾਹੀਦੀ ਬੱਚਿਆਂ ਨੂੰ? ਇਹਨਾਂ ਨੂੰ ਤਾਂ ਇਹੀ ਆ ਵੀ ਜੇ ਗਰੀਬ ਦੇ ਨਿਆਣੇ ਪੜ੍ਹ ਗਏ, ਇਹ ਸਾਨੂੰ ਸਵਾਲ ਜਵਾਬ ਕਰਨਗੇ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੀ, ਔਰ ਖੁਸ਼ੀ ਮੈਨੂੰ ਇਸ ਗੱਲ ਦੀ ਹੋਈ ਵੀ ਤੁਸੀਂ ਆਪਣੀ ਬੇਟੀ ਨੂੰ ਮੈਡੀਕਲ ਐਜੂਕੇਸ਼ਨ ਦੇ ਰਹੇ ਹੋ। ਸਾਡੀਆਂ ਸ਼ੁਭ ਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹੈ ਭਾਜੀ। ਥੈਂਕ ਯੂ ਵੈਰੀ ਮਚ, ਥੈਂਕ ਯੂ। ਸੋ ਜੀ, ਇਸ ਵੇਲੇ ਅੱਛਾ ਲੱਗ ਰਿਹਾ ਸਾਰੇ ਦੋਸਤਾਂ ਨਾਲ ਗੱਲਬਾਤ ਕਰਕੇ, ਔਰ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ, ਔਰ ਕੋਸ਼ਿਸ਼ ਇਹ ਕਰਾਂਗੇ ਵੀ ਜਿਹੜਾ ਯੂਥ ਹੈ, ਆਪਾਂ ਯੂਥ ਕੋਲੋਂ ਵੀ ਜਾਣੀਏ ਜਿਹੜੇ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਜਾ ਰਹੇ ਆਪਾਂ। ਸੋ ਜੀ, ਇਸ ਵੇਲੇ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਆਪਾਂ ਇਸ ਵੇਲੇ, ਔਰ ਬਹੁਤ ਸਾਰੇ ਮੁਸਾਫਰਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਹੁੰਦੀ ਪਈ ਹੈ ਜਿਹੜੇ ਇਸੇ ਟਰਾਂਸਪੋਰਟ ਦੇ ਨਾਲ ਜੁੜੇ ਹੋਏ ਆ। ਭਾਜੀ, ਇਲੈਕਸ਼ਨ ਹੈ, ਐਤਵਾਰ ਨੂੰ ਵੋਟਾਂ ਪੈਣੀਆਂ, ਤੇ ਇਸ ਵਾਰ ਕੀ ਦਿਮਾਗ ਦੇ ਵਿੱਚ ਚੱਲਦਾ ਪਿਆ ਵੀ ਮੈਂ ਕੀ ਸੋਚ ਕੇ ਵੋਟ ਪਾਣੀ ਇਸ ਵਾਰ? ਐਤਕੀ ਵੀਰੇ ਸੋਚ ਕੇ ਪਾਉਣੀ ਬਦਲਾਵ ਦਾ। ਅੱਛਾ ਜੀ। ਕਿ 10 ਸਾਲ ਅਕਾਲੀਆਂ ਰਾਜ ਕੀਤਾ, ਉਹਨਾਂ ਕੁਝ ਨਹੀਂ ਕੀਤਾ। 5 ਸਾਲ ਕੈਪਟਨ ਨੇ ਬੇੜਾ ਗਰਕ ਕਰਤਾ ਪੰਜਾਬ ਦਾ। ਠੀਕ ਹੈ, ਤੇ ਬਦਲਾਵ ਜ਼ਰੂਰੀ ਹੈ। ਦੁਨੀਆ ਬੇਰੁਜ਼ਗਾਰ ਤੁਰੀ ਫਿਰਦੀ ਹੈ, ਫਿਰ ਨੌਕਰੀ ਨਹੀਂ ਹੈਗੀ, ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੈਗਾ, ਉਹ ਸਿਹਤ ਸਹੂਲਤ ਨਹੀਂ ਹੈਗੀ, ਕੋਈ ਵਿੱਦਿਆ ਦਾ, ਜਿਹੜੀਆਂ ਮੁੱਢਲੀਆਂ ਸਹੂਲਤਾਂ ਹੁੰਦੀਆਂ ਇੱਕ ਆਮ ਬੰਦੇ ਨੂੰ ਚਾਹੀਦੀਆਂ ਹੁੰਦੀਆਂ, ਉਹ ਨਹੀਂ ਹੈਗੀਆਂ। ਨਹੀਂ ਹੈ ਜੀ। ਬਾਕੀ ਹਰ ਇੱਕ ਨੂੰ ਮੌਕਾ ਦੇਣਾ ਚਾਹੀਦਾ। ਹੁਣ ਨਵੀਂ ਪਾਰਟੀ ਆ ਰਹੀ ਹੈ, ਉਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਹਰ ਇੱਕ ਨੂੰ। ਅੱਛਾ, ਜਿਹੜੇ ਉਹਨਾਂ ਵੱਲੋਂ ਵਾਅਦੇ ਕੀਤੇ ਜਾਂਦੇ ਆ ਬਈ ਇੱਕ ਕਹਿੰਦਾ ਮੈਂ 1000 ਰੁਪਇਆ ਪੈਨਸ਼ਨ ਦਊਂਗਾ, ਦੂਜਾ ਕਹਿੰਦਾ ਮੈਂ 2000, ਤੀਜਾ ਕਹਿੰਦਾ ਮੈਂ 3000 ਦਊਂਗਾ, ਉਹਨਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਇਹ ਸਭ ਜੁਮਲੇ ਆ ਜੀ। ਦਿੰਦਾ ਕੋਈ ਅੱਜ ਤੱਕ ਕਿਸੇ ਨੂੰ ਮਿਲੀ ਹੈ? ਮੋਦੀ ਨੇ ਜਾਂ 2019 ਚ ਇਲੈਕਸ਼ਨ ਲੜਿਆ ਸੀ, ਕੀ ਵਾਅਦਾ ਕਰਿਆ ਸੀ ਵੀ ਖਾਤਿਆਂ 'ਚ 15-15 ਲੱਖ ਰੁਪਇਆ ਪਾਊਂਗਾ। ਉਦੋਂ ਬਾਅਦ ਅੰਮ੍ਰਿਤ ਸਾਹਿਬ ਨੇ ਕੀ ਕਿਹਾ ਸੀ ਇੰਟਰਵਿਊ 'ਚ? ਤੁਹਾਡੇ ਵਰਗਾ ਭਰਾ ਹੀ ਸੀ ਕੋਈ ਇੰਟਰਵਿਊ ਕਰਦਾ, ਕੀ ਕਹਿੰਦਾ ਸੀ? ਉਹ ਤਾਂ ਕਹਿੰਦਾ ਇੱਕ ਜੁਮਲਾ ਸੀ, ਨਾਲ ਐ ਹੱਥ ਵੀ ਕਰਿਆ ਸੀ, ਕਹਿੰਦਾ ਇੱਕ ਜੁਮਲਾ ਸੀ। ਇਹ ਵੀਰੇ ਜੁਮਲੇ ਨੇ ਸਾਰੇ, ਬੇਵਕੂਫ ਬਣਾ ਰਹੇ ਨੇ। ਕੋਈ ਵੀ ਇਨਸਾਨ ਆ, ਤੁਸੀਂ ਵੀ ਹੋ, ਜੋ ਵੀ ਮਤਲਬ ਇਨਸਾਨ ਆ ਪੰਜਾਬ 'ਚ, ਉਹਨੇ ਆਪਦੀ ਕਿਰਤ ਕਰਕੇ ਖਾਣਾ। ਇਹ ਕੋਈ ਕਹਿ ਨਹੀਂ ਸਕਦੇ ਵੀ ਕੋਈ ਪਾਰਟੀ ਸਾਨੂੰ ਕੋਈ ਪੰਜਾਬ ਦਾ ਭਲਾ ਕਰੂਗੀ।
ਕਿਸੇ ਪਾਰਟੀ ਨੇ ਅੱਜ ਤੱਕ ਭਲਾ ਕਰਿਆ? ਕੋਈ ਨਹੀਂ ਭਲਾ ਕਰਦੀ, ਆਪਦਾ ਮਤਲਬ ਦੇਖਦੇ ਨੇ, ਕੋਈ ਭਲਾ ਨਹੀਂ ਕਿਸੇ ਦਾ ਕਰਦਾ। ਇਸ ਕਰਕੇ ਇਹ ਆ ਵੀ ਇਹ ਸਾਰੇ ਜੁਮਲੇ ਹੀ ਦਿੰਦੇ ਨੇ। ਕੋਈ ਕਹਿੰਦਾ ਮੈਂ 1000 ਰੁਪਈਆ ਦਊਂ, ਉਹ ਦੂਸਰਾ ਉਹਦਾ 1000 ਸੁਣ ਕੇ ਕਹਿੰਦਾ ਮੈਂ 2000 ਦਊਂਗਾ। ਫਿਰ ਉਹ ਵਿੱਚ ਹੁਣ ਐਲਾਨ ਹੋਇਆ ਵੀ 8 ਸਿਲੰਡਰ ਮਾਫ ਦੇਵਾਂਗੇ। ਧੂਰੀ ਪ੍ਰਿੰਕਾ ਗਾਂਧੀ ਆਏ ਨੇ, ਉਹਨਾਂ ਨੇ ਕਿਹਾ ਵੀ ਅਸੀਂ 8 ਸਿਲੰਡਰ ਦੇਵਾਂਗੇ, ਨਾਲ 1100 ਰੁਪਈਆ ਦੇਵਾਂਗੇ। ਇਹ ਸਾਰੇ ਜੁਮਲੇ ਨੇ, ਬਾਅਦ 'ਚ ਫਿਰ ਕਹਿ ਦੇਣਾ ਇਹਨਾਂ ਨੇ ਜੁਮਲੇ ਨੇ। ਤਾਂ ਇਹ ਬੇਵਕੂਫ ਬਣਾਉਂਦੇ ਆ। ਵੋਟਾਂ ਦੇ ਟਾਈਮ ਬੜੇ ਤਰਲੇ ਕਰਦੇ ਆ। ਪ੍ਰਿੰਕਾ ਗਾਂਧੀ ਜੀ ਖੇਤ 'ਚ ਬਹਿ ਕੇ ਮੋਟਰ ਤੇ ਬੈਠ ਕੇ ਉਹਨਾਂ ਨੇ ਰੋਟੀ ਖਾਧੀ, ਉੱਥੋਂ ਫਿਰ ਪੈਲੀ ਦੇ ਵਿੱਚ ਦੀ ਤੁਰ ਕੇ, ਕਣਕ ਦੇ ਵਿੱਚ ਦੀ ਤੁਰ ਕੇ ਗਏ ਨੇ, ਫਿਰ ਉਹ ਕਿਸੇ ਦੇ ਘਰੇ ਗਏ ਨੇ, ਤੁਸੀਂ ਦੇਖਿਆ ਹੀ ਹੋਣਾ। ਇਹ ਸਾਰਾ ਇੱਕ ਮਤਲਬ ਸਟੰਟਬਾਜ਼ੀ ਕਰਦੇ ਆ। ਇਹ ਕੋਈ ਦੇ ਦਿਨਾਂ 'ਚ ਇਹ ਕੰਮ ਚੇਤੇ ਆਉਂਦੇ, ਅੱਗੇ ਪਿੱਛੇ ਤੇ ਕੋਈ ਪੁੱਛਦਾ ਵੀ ਕਿਉਂ ਨਹੀਂ ਖਾਂਦੇ, ਕੋਈ ਪਹਿਲਾਂ ਕਿਉਂ ਨਹੀਂ ਜਾਂਦੇ? ਕੋਈ ਭਾਜੀ ਮੈਂ ਇੱਕ ਸਵਾਲ ਕਰਨਾ ਚਾਹੁੰਦਾ। ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਮੈਨੂੰ ਦੇਖਣ ਨੂੰ ਮਿਲਿਆ ਕੱਟੜਵਾਦ, ਬਈ ਮੇਰੇ ਦਾਦਾ ਜੀ ਕਾਂਗਰਸੀ, ਮੇਰੇ ਡੈਡੀ ਕਾਂਗਰਸੀ, ਤੇ ਮੈਂ ਵੀ ਹੁਣ ਕਾਂਗਰਸ ਨੂੰ ਹੀ ਵੋਟ ਪਾਣੀ ਹੈ, ਪੱਕੀ ਪਾਰਟੀ। ਇਸ ਚੀਜ਼ ਦੇ ਉੱਪਰ ਜਿਹੜੀ ਅੱਜ ਦੀ ਜਨਰੇਸ਼ਨ ਖੜਦੀ ਹੈ ਜਾਂ ਸੁਚੇਤ ਹੋ ਚੁੱਕੀ ਹੈ ਵੀ ਮੈਂ ਅਲੱਗ ਚਾਹੁੰਦਾ ਕੁਛ? ਦੁਨੀਆ ਸੁਚੇਤ ਹੋ ਚੁੱਕੀ ਹੈ, ਇਸ ਚੀਜ਼ ਤੇ ਕੋਈ ਨਹੀਂ ਖੜਦੀ। ਅਸੀਂ ਵੀ ਪੱਕੇ ਅਕਾਲੀ ਸੀ, ਪਰ ਇਸ ਵਾਰ ਨਹੀਂ। ਇਸ ਵਾਰੀ ਬਦਲਾਅ ਲਿਆਉਣਾ। ਕਿਉਂ ਪੜ੍ਹੇ ਲਿਖੇ ਆ ਗਏ ਨਾ ਲੋਕ। ਹੁਣ ਗਾਂ ਦੁਨੀਆ ਪਹਿਲਾਂ ਅਨਪੜ੍ਹਤਾ ਸੀਗੀ ਕਿ ਜਿੱਧਰ ਬਾਪੂ ਚੱਲ ਪਿਆ ਮਗਰ ਹੀ ਚੱਲਣਾ ਕੰਮ। ਇਦਾਂ ਹੀ ਹੁੰਦਾ ਸੀ ਤੁਹਾਡੇ ਪਰਿਵਾਰ 'ਚ ਵੀ ਇਦਾਂ ਹੀ ਸੀਗਾ ਤੁਸੀਂ? ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ 100% ਇਹਨਾਂ ਨੇ ਜੋ ਗੱਲ ਕਹੀ ਹੈ ਇਹੀ ਚੱਲਦਾ ਸੀ। ਜਿਹੜੇ ਬਜ਼ੁਰਗ ਸੀ, ਦਾਦੇ ਸੀ, ਮੇਰੇ ਡੈਡੀ ਹੋਣੀ ਸੀ, ਸਾਰੇ ਕਹਿੰਦੇ ਸੀ, ਇਹ ਬੜਾ ਰੌਲਾ ਪਾਉਂਦੇ ਸੀ ਪੰਥ ਖਾਤਰੇ 'ਚ ਹੋ ਗਿਆ, ਪੰਥ ਨੂੰ ਵੋਟਾਂ ਪਾਓ। ਪੰਥ ਦੇ ਨਾਂ ਤੇ ਵੋਟਾਂ ਲੈ ਇਹਨਾਂ ਨੇ ਪੰਜਾਬ ਨੂੰ ਲੁੱਟਿਆ, ਪੰਜਾਬ ਦੇ ਪਾਣੀ ਨੂੰ ਲੁੱਟਿਆ। ਜਿਹੜੀ ਅਨਮੁੱਲੀ ਚੀਜ਼ ਆ, ਜਿਹਦਾ ਕੋਈ ਮੁੱਲ ਹੀ ਨਹੀਂ, ਜਿਹੜੀ ਆਪਾਂ ਕਿਤੋਂ ਲੈ ਹੀ ਨਹੀਂ ਸਕਦੇ। ਤੁਸੀਂ ਰਾਜਸਥਾਨ 'ਚ ਜਾ ਕੇ ਦੇਖੋ ਪਾਣੀ ਦੀ ਕੀ ਵੈਲਿਊਏਸ਼ਨ ਆ। ਠੀਕ ਹੈ ਜੀ, ਇੱਥੇ ਆਪਾਂ ਕਿਤੇ ਵੀ ਬੋਰ ਕਰ ਸਕਦੇ ਹਾਂ, ਪਾਣੀ ਕੱਢ ਸਕਦੇ ਹਾਂ। ਸਾਡੇ 150 ਫੁੱਟ ਤੇ 200 ਫੁੱਟ ਤੇ ਪਾਣੀ ਚਲੇ ਗਏ। ਇਹਦਾ ਕੌਣ ਜ਼ਿੰਮੇਵਾਰ ਆ? ਸਰਕਾਰਾਂ ਜ਼ਿੰਮੇਵਾਰ ਨੇ। ਠੀਕ ਹੈ ਜੀ, ਇਹ ਜੁਮਲੇ ਨੇ, ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਨੇ ਪੰਜਾਬ ਦਾ, ਬਹੁਤ ਹੀ ਜ਼ਿਆਦਾ। ਇਹ ਆਪ ਦਾ ਮਤਲਬ ਸਹੂਲਤ ਦੇਖਦੇ ਨੇ। ਇਹਨਾਂ ਦੇ ਹਰਿਆਣੇ 'ਚ ਫਾਰਮ ਨੇ, ਇਹਨਾਂ ਦੇ ਰਾਜਸਥਾਨ 'ਚ ਫਾਰਮ ਨੇ, ਇਹਨਾਂ ਦੇ ਦਿੱਲੀ 'ਚ ਫਾਰਮ ਨੇ। ਠੀਕ ਹੈ ਜੀ, ਇਹ ਆਪਦੇ ਫਾਰਮਾਂ ਨੂੰ ਪਾਣੀ ਲੈ ਕੇ ਜਾਂਦੇ ਆ, ਆਪਦਾ ਉਪਜਾਊ ਕਰਦੇ ਆ। ਇੱਥੇ ਪੰਜਾਬ 'ਚ ਕਿਸਾਨ ਮਰ ਰਿਹਾ, ਖੁਦਕੁਸ਼ੀਆਂ ਕਰ ਰਿਹਾ। ਇੱਥੇ ਵੀਰ ਜੀ ਬੋਰ ਨਹੀਂ ਕਰਾ ਸਕਦਾ ਕੋਈ। 150 ਫੁੱਟ 500 ਫੁੱਟ ਕਿਹੜਾ ਬੋਰ ਕਰਾ ਲੂ? 150 ਫੁੱਟ ਤੋਂ ਪਾਣੀ ਆਉਂਦਾ ਹੈ, ਜਿਹੜਾ ਕਿ ਪੰਜਾਬ 'ਚ ਸਾਨੂੰ ਨਹਿਰਾਂ ਦਾ ਪਾਣੀ ਮਿਲਣਾ ਚਾਹੀਦਾ। ਨਹਿਰਾਂ ਦਾ ਪਾਣੀ ਦੇ ਹੱਕਦਾਰ ਅਸੀਂ ਹਾਂ, ਨਾ ਕਿ ਕੋਈ ਹੋਰ ਸਟੇਟ। ਅੱਛਾ ਭਾਜੀ, ਕੁੱਲ ਮਿਲਾ ਕੇ ਤੁਹਾਡਾ ਮਾਈਂਡ ਸੈੱਟ ਕੀ ਬਣਿਆ ਹੋਇਆ ਹੈ ਇਸ ਵੇਲੇ, ਬਈ ਐਤਵਾਰ ਨੂੰ ਅਸੀਂ ਇਹ ਸੋਚ ਕੇ ਵੋਟ ਪਾਣੀ? ਹਾਂਜੀ, ਐਤਵਾਰ ਨੂੰ ਬਦਲਾਅ ਹੀ ਹੋਣਾ ਜੀ। ਹੁਣ ਬਦਲਾਅ ਹੀ ਹੋਣਾ ਜੀ, ਬਿਲਕੁਲ ਬਿਲਕੁਲ ਬਦਲਾਅ ਹੀ ਹੋਣਾ। ਬਦਲਾਅ ਤਾਂ ਹੋਣਾ, ਪਰ ਅਸੀਂ ਇਹ ਆਸ ਕਰਦੇ ਹਾਂ ਵੀ ਉਹ ਵੀ ਬਹੁਤ ਵਧੀਆ, ਮਤਲਬ ਕੁਛ ਇਹਨਾਂ ਨੂੰ ਫਰਕ ਪਾਉਣ, ਸਾਡੇ ਪੰਜਾਬ ਦਾ ਭਲਾ ਕਰਨ। ਜਿਹੜੇ ਨਵੀਂ ਜਨਰੇਸ਼ਨ ਆ, ਜਿਹੜੇ ਨਵੇਂ ਬੱਚੇ ਨੇ, ਕੋਈ 20 ਸਾਲ ਦਾ 22 ਸਾਲ ਦਾ, ਜੋ ਵੀ ਗ੍ਰੈਜੂਏਟ ਕਰਦੇ ਆ, +2 ਕਰਦੇ ਆ, ਬੈਂਡ ਲੈ ਕੇ ਬਾਹਰ ਨੂੰ ਜਾ ਰਹੇ ਆ, ਉਹਦਾ ਕੌਣ ਜ਼ਿੰਮੇਵਾਰ ਆ? ਜੇ ਇੱਥੇ ਸਾਨੂੰ ਕੋਈ ਨੌਕਰੀ ਮਿਲੇ, ਕੋਈ ਸਿਸਟਮ ਉਰੇ ਹੋਵੇ ਰਹਿਣ ਯੋਗ, ਤਾਂ ਸਾਡੇ ਬੱਚੇ, ਸਾਡੇ ਭੈਣ ਭਰਾ ਇੱਥੇ ਰਹਿਣ। ਹਰੇਕ +2 ਕਰਦਾ ਤੇ ਫੋਰਨ ਨੂੰ ਜਾਂਦਾ। ਇਦਾਂ ਹੀ ਆ। ਠੀਕ ਹੈ ਜੀ, ਖਾਲੀ ਹੋ ਰਿਹਾ ਪੰਜਾਬ ਹੌਲੀ ਹੌਲੀ ਸਾਰਾ। ਪੰਜਾਬ ਬਿਲਕੁਲ ਖਾਲੀ ਹੋ ਚੁੱਕਾ, ਕੁਝ % ਰਹਿ ਗਿਆ, % ਕਹਿ ਸਕਦੇ ਆ ਰਹਿ ਗਿਆ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਮੈਂ ਇਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ। ਅੰਦਰੋਂ ਕਿਤੇ ਨਾ ਕਿਤੇ ਇਹਨਾਂ ਦੇ ਦਰਦ ਹੈ, ਔਰ ਉਹ ਦਰਦ ਇਹਨਾਂ ਦੀਆਂ ਅੱਖਾਂ ਵਿੱਚ, ਇਹਨਾਂ ਦੀ ਜ਼ੁਬਾਨ ਦੇ ਵਿੱਚ ਝਲਕਦਾ ਪਿਆ। ਸੋ ਵੋਟ ਦਾ ਅਧਿਕਾਰ ਬਹੁਤ ਇੰਪੋਰਟੈਂਟ ਹੈ। ਇਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਬਹੁਤ ਹੀ ਸੋਚ ਸਮਝ ਕੇ ਕਰਨਾ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਜੀ, ਹਰ ਵੋਟਰ ਦੀ ਆਪਣੀ ਆਪਣੀ ਸੋਚ ਹੈ, ਹਰ ਵੋਟਰ ਦਾ ਆਪਣਾ ਆਪਣਾ ਨਜ਼ਰੀਆ ਹੈਗਾ ਸੋਚਣ ਦਾ। ਔਰ ਅੱਜ ਬਹੁਤ ਸਾਰੇ ਵੋਟਰਸ, ਖਾਸ ਤੌਰ ਤੇ ਜਿਹੜੇ ਯੂਥ ਨੇ, ਉਹ ਜੁੜੇ ਹੋਏ ਨੇ। ਭਾਜੀ ਕੀ ਹਾਲ ਚਾਲ ਤੁਹਾਡਾ? ਬਹੁਤ ਵਧੀਆ ਭਾਜੀ, ਸੰਡੇ ਨੂੰ ਇਲੈਕਸ਼ਨ ਹੈਗੀ ਆ, ਤੇ ਇਸ ਵਾਰ ਕੀ ਸੋਚ ਕੇ ਵੋਟ ਪਾਣੀ ਹੈ ਤੁਸੀਂ? ਦੇਖੋ ਜੀ, ਜਿਹੜੀ ਵੋਟ ਦਾ ਸਵਾਲ ਹੈ, ਜਿੱਥੋਂ ਤੱਕ ਕਰਕੇ ਆਪਾਂ ਦੇਖਦੇ ਹਾਂ ਕਿ ਮਤਲਬ ਕਿ ਕੋਈ ਵੀ ਅਨਇੰਪਲੋਇਮੈਂਟ ਆ, ਹੁਣ ਅਸੀਂ ਵੀ ਹਾਂ, ਅਸੀਂ ਵੀ ਵਿਹਲੇ ਤੁਰੇ ਫਿਰਦੇ ਹਾਂ। ਸੋ ਇਸ ਕਰਕੇ ਜਿਹੜੀ ਗੌਰਮੈਂਟ ਦੀਆਂ ਨੀਤੀਆਂ ਸਹੀ ਹੋਣਗੀਆਂ, ਜਾਂ ਜਿਹੜੀ ਵੀ ਗੌਰਮੈਂਟ ਸਾਨੂੰ ਮਤਲਬ ਕਿ ਵਧੀਆ ਲੱਗੇਗੀ, ਹਾਂ ਵੀ ਇਹਦੀਆਂ ਨੀਤੀਆਂ ਵਧੀਆ ਨੇ, ਸਾਰਾ ਕੁਝ ਵਧੀਆ ਆ, ਕੋਈ ਬਦਲਾਅ, ਸਾਰੇ ਬਦਲਾਅ ਚਾਹੁੰਦੇ ਆ ਜੀ। ਬਦਲਾਅ ਚਾਹੀਦਾ ਜੀ ਪੰਜਾਬ ਵਿੱਚ। ਅਸੀਂ ਬਦਲਾਅ ਨੂੰ ਦੇਖ ਕੇ ਜਾਂ ਉਹਨਾਂ ਦੀਆਂ ਨੀਤੀਆਂ ਨੂੰ ਦੇਖ ਕੇ ਹੀ ਵੋਟ ਪਾਵਾਂਗੇ ਜੀ।
ਹਾਂਜੀ ਮੇਨ ਮੁੱਦਾ ਕੀ ਲੱਗਦਾ ਤੁਹਾਨੂੰ? ਮੇਨ ਜਿਹੜਾ ਪੁਆਇੰਟ ਕੀ ਹੈ ਪੰਜਾਬ ਦਾ, ਜਿਹਦੇ ਕਰਕੇ ਪੰਜਾਬ ਦੇ ਵਿੱਚ ਬਦਲਾਵ ਤੁਸੀਂ ਚਾਹੁੰਦੇ ਹੋ? ਮੇਨ ਇਹ ਜੀ ਨੌਕਰੀ ਮਿਲੇ ਜੀ ਸਾਰਿਆਂ ਨੂੰ, ਤੇ ਪੜ੍ਹਾਈ ਦਾ ਜੀ ਸਭ ਤੋਂ ਵਧੀਆ ਜਿਹੜਾ ਸਭ ਤੋਂ ਗੰਭੀਰ ਮੁੱਦਾ ਜਿਹੜਾ ਉਹ ਸਿੱਖਿਆ ਦਾ ਆ, ਤੇ ਦੂਸਰਾ ਅਨਇੰਪਲੋਇਮੈਂਟ ਆ, ਨੌਕਰੀਆਂ ਮਿਲਦੀਆਂ ਨਹੀਂ ਕਿਸੇ ਨੂੰ, ਪੜ੍ਹ ਲਿਖ ਕੇ ਸਾਰੇ ਬੈਠੇ ਆ, ਤੇ ਬਸ ਇਹੀ ਆ ਜੀ ਵੀ ਨੌਕਰੀ ਮਿਲੇ। ਮਗੀ ਇੱਕ ਆਮ ਇਨਸਾਨ ਦੀਆਂ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ। ਹਾਂਜੀ ਹਾਂਜੀ ਹਾਂਜੀ, ਮਤਲਬ ਕਿ ਇਹ ਆ ਵੀ ਕੋਈ ਵੀ ਆ, ਕਿਸੇ ਅਫਸਰ ਕੋਲ ਜਾਂਦੇ ਆ, ਕਿਸੇ ਵੀ ਅਦਾਰੇ 'ਚ ਆਪਾਂ ਜਾਂਦੇ ਆ, ਆਪਣੀ ਗੱਲਬਾਤ ਸੁਣੀ ਜਾਵੇ, ਉਹ ਵਧੀਆ ਤਰੀਕੇ ਨਾਲ ਆਪਾਂ ਨੂੰ ਡੀਲ ਕਰਨ, ਬਸ ਇਹੀ ਚਾਹੀਦਾ ਹੁੰਦਾ ਜੀ, ਹੋਰ ਕੀ। ਬਾਕੀ ਕਰਪਸ਼ਨ ਨਾ ਹੋਵੇ ਉੱਥੇ, ਭ੍ਰਸ਼ਟਾਚਾਰ ਨਾ ਹੋਵੇ। ਹਾਂਜੀ ਹਾਂਜੀ ਹਾਂਜੀ, ਜਿਹੜੀ ਮੇਨ ਗੱਲ ਕਰਪਸ਼ਨ ਬਹੁਤ ਆ, ਜੇ ਕਰਪਸ਼ਨ ਘਟੂਗੀ ਤੇ ਆਟੋਮੈਟਿਕ ਹੀ ਸਾਰਾ ਕੁਝ ਸਹੀ ਹੋ ਜਾਊਗਾ ਜੀ। ਹਾਂਜੀ, ਬਹੁਤ ਸਿਆਣੀ ਗੱਲ ਕੀਤੀ ਜੀ ਇਹਨਾਂ ਨੇ। ਮੈਂ ਤੁਹਾਡੀ ਉਮਰ ਜਾਣ ਸਕਦਾ ਭਾਜੀ? ਹਾਂਜੀ ਭਾਈ, 30 ਸਾਲ। ਕਿਆ ਬਾਤ ਹੈ ਯਾਰ, 30 ਸਾਲ ਦੀ ਉਮਰ ਦੇ ਵਿੱਚ ਬਹੁਤ ਵਧੀਆ ਸੋਚ ਹੈ ਮੇਰੇ ਵੀਰ ਦੀ। ਸੋ ਇਹ ਚਾਹੁੰਦੇ ਆ ਵੀ ਕਰਪਸ਼ਨ ਫ੍ਰੀ ਪੰਜਾਬ ਹੋਵੇ, ਹਰ ਕੋਈ ਆਮ ਇਨਸਾਨ ਵੀ ਕਿਸੇ ਦਫ਼ਤਰ ਕਿਸੇ ਅਦਾਰੇ ਦੇ ਵਿੱਚ ਜਾਂਦੇ ਡਰੇ ਨਾ। ਸੋ ਡਾਇਰੈਕਟ ਵੱਡੇ ਆਫੀਸਰ ਦੇ ਨਾਲ, ਵੱਡੇ ਬਾਊ ਜੀ ਨਾਲ ਸਿੱਧਾ ਅਪਰੋਚ ਕਰ ਸਕੇ। ਸੋ ਜੀ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਆਪਾਂ ਹੈਗੇ ਆ, ਬਹੁਤ ਸਾਰੇ ਮੁਸਾਫਿਰ ਹੈ, ਹਰ ਉਮਰ ਦਾ ਮੁਸਾਫਿਰ ਇੱਥੇ ਸਫ਼ਰ ਕਰਦਾ ਪਿਆ, ਔਰ ਆਪਾਂ ਇੱਕ ਵੋਟਰ ਕੋਲੋਂ ਪੁੱਛਦੇ ਪਏ ਆ ਉਹਨਾਂ ਦੀ ਕੀ ਸੋਚ ਹੈਗੀ ਇਸ ਵਾਰ ਇਲੈਕਸ਼ਨ ਦੇ ਵਿੱਚ, ਔਰ ਗਰਾਊਂਡ ਲੈਵਲ ਤੇ ਇੱਕ ਸਰਵੇ ਚੱਲਦਾ ਪਿਆ। ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਜੀ? ਠੀਕ ਠਾਕ ਜੀ। ਭਾਜੀ ਕੀ ਸੋਚ ਕੇ ਇਸ ਵਾਰ ਵੋਟ ਪਾਉਣ ਦਾ ਪਲਾਨ ਹੈਗਾ ਤੁਹਾਡਾ? ਦਿਮਾਗ ਦੇ ਵਿੱਚ ਕੀ ਚੱਲਦਾ ਪਿਆ ਤੁਹਾਡੇ? ਦਿਮਾਗ ਦੇ ਵਿੱਚ ਇਹੋ ਚੱਲਦਾ ਪਿਆ ਜੀ, 70 ਸਾਲ ਹੋ ਗਏ ਅਸੀਂ ਕਾਂਗਰਸ ਅਕਾਲੀਆਂ ਨੂੰ ਜਿਤਾਉਣ ਡਏ ਆ, ਹੁਣ ਇੱਕ ਮੌਕਾ ਸਾਨੂੰ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੀਦਾ, ਸਰਕਾਰ ਬਦਲਣੀ ਚਾਹੀਦੀ ਆ। ਆਪਣਾ ਭਵਿੱਖ ਹੈ ਬੱਚਿਆਂ ਦੀ ਪੜ੍ਹਾਈ ਦਾ, ਐਜੂਕੇਸ਼ਨ ਦਾ ਵੇਖਣ ਡੇ ਜੇ ਕੀ ਬਣ ਡਿਆ, ਕੀ ਮਾਹੌਲ ਹੈ ਸਰਕਾਰੀ ਸਕੂਲਾਂ 'ਚ, ਕੀ ਹਾਲ ਹੋਇਆ ਅੱਜ ਕੱਲ੍ਹ। ਹਾਂਜੀ, ਤੁਸੀਂ ਬੱਚਿਆਂ ਦੇ ਭਵਿੱਖ ਦੀ ਗੱਲ ਕੀਤੀ, ਐਜੂਕੇਸ਼ਨ ਦੀ ਗੱਲ ਕੀਤੀ, ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਸੋਚਿਆ ਨਹੀਂ ਇਸ ਬਾਰੇ? ਸੋਚਿਆ ਪਰ ਕਿਸੇ ਨੇ ਕੀਤਾ ਕੁਝ ਨਹੀਂ, ਗੱਲਾਂ ਬਾਤਾਂ 'ਚ ਬਹੁਤ ਕੁਝ ਕੀਤਾ, ਪਰ ਗਰਾਊਂਡ ਲੈਵਲ ਤੇ ਕੁਝ ਨਹੀਂ ਕੀਤਾ। ਹਾਂਜੀ, ਹੋਰ ਕਿਹੜੇ ਦਿਮਾਗ ਦੇ ਵਿੱਚ ਮੁੱਦੇ ਚੱਲਦੇ ਪਏ ਆ ਵੀ ਜਿਹੜਾ ਤੁਸੀਂ ਚਾਹੁੰਦੇ ਹੋ ਵੀ ਬਦਲਾਅ ਆਵੇ? ਸਭ ਤੋਂ ਮੇਨ ਮੁੱਦਾ ਐਜੂਕੇਸ਼ਨ ਦਾ ਜੀ, ਐਜੂਕੇਸ਼ਨ ਹੱਲ ਹੋ ਗਿਆ ਤੇ ਸਾਰਾ ਕੁਝ ਅੱਗੇ ਹੱਲ ਹੋ ਜਾਣਾ। ਹਾਂਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਐਜੂਕੇਸ਼ਨ ਦੇ ਨਾਲ ਹੀ ਹਰ ਮੁੱਦਾ ਜੁੜਿਆ ਹੋਇਆ। ਭਾਜੀ ਤੁਸੀਂ ਕੀ ਸੋਚਦੇ ਹੋ ਵੀ ਇਸ ਵਾਰ ਤੁਹਾਡੀ ਵੋਟ ਬਣੀ ਹੈ? ਹਾਂਜੀ, ਕੀ ਸੋਚ ਕੇ ਵੋਟ ਪਾਣੀ ਹੈ ਇਸ ਵਾਰ ਤੁਸੀਂ ਐਤਵਾਰ ਨੂੰ? ਵੋਟ ਭਾਜੀ ਇਹ ਸੋਚ ਕੇ ਪਾਉਣੀ ਕਿ ਪੰਜਾਬ ਦੀ ਤਰੱਕੀ ਹੋਵੇ, ਕਿ ਐਜੂਕੇਸ਼ਨ, ਇੱਕ ਤਾਂ ਐਜੂਕੇਸ਼ਨ ਤੇ ਇੱਕ ਜਿਹੜਾ ਹਸਪੀਟਲ ਵਾ, ਜਿਹੜਾ ਉਹ ਸਿਹਤ ਸੁਭਾਅ, ਹਾਂਜੀ ਉਹ ਜਿਹੜੀਆਂ ਸੁਧਾਰੀਆਂ ਜਾਣ, ਜਿਹੜਾ ਗਰੀਬ ਜਿਹੜਾ ਬੰਦਾ ਉਹਦੇ ਵੀ ਇਲਾਜ ਹੋ ਸਕੇ। ਭਾਜੀ ਕੀ ਹਾਲ ਚਾਲ ਤੁਹਾਡਾ? ਬਸ ਵਧੀਆ ਭਾਜੀ ਇਸ ਵਾਰ ਜਿਹੜੇ ਇਲੈਕਸ਼ਨ ਹੋ ਰਹੇ ਆ, ਪੰਜਾਬ ਵਿਧਾਨ ਸਭਾ ਚੋਣਾਂ ਹੋ ਰਹੀਆਂ, ਤੁਸੀਂ ਹਰ ਸਾਲ ਵੋਟ ਪਾਉਂਦੇ ਹੋ, ਹਰ 5 ਸਾਲਾਂ ਬਾਅਦ ਵੋਟ ਪਾਉਂਦੇ ਹੋ, ਇਸ ਵਾਰ ਕੀ ਸੋਚ ਕੇ ਵੋਟ ਪਾਉਣ ਦਾ ਇਰਾਦਾ ਤੁਹਾਡਾ? ਸਰ ਇਸ ਵਾਰ ਤੇ ਵੋਟ ਪਾਉਣ ਦਾ ਇਰਾਦਾ ਵੀ ਬਦਲਾਅ ਚਾਹੀਦਾ ਵਾ, ਕਿ ਅੱਗੇ ਅਸੀਂ ਵੇਖ ਲਿਆ 70-72 ਸਾਲ ਹੋ ਗਏ ਆ, ਆਪਾਂ ਇਹੋ ਹੀ ਆਗਿਆ ਸਰਕਾਰ ਇਹ ਆ ਗਈ, ਕਦੀ ਅਕਾਲੀ ਆ ਗਏ, ਕਦੀ ਕਾਂਗਰਸ ਆ ਗਈ, ਕਦੀ BJP ਆ ਗਈ। ਇਸ ਵਾਰ ਅਸੀਂ ਤੇ ਚਾਹੁੰਦੇ ਬਦਲਾਅ ਹੋਣਾ ਚਾਹੀਦਾ, ਕੋਈ ਬਦਲਾਅ ਆਮ ਆਦਮੀ ਪਾਰਟੀ ਨੂੰ ਸਾਰੀ ਤੇ ਵੋਟ ਦੇਵਾਂਗੇ ਜੀ। ਇਦਾਂ ਦਾ ਕੀ ਇਸ਼ੂ ਬਣਿਆ ਜਾਂ ਕੀ ਮਜਬੂਰੀ ਆ ਗਈ ਵੀ ਜਿਹੜਾ ਤੁਸੀਂ ਬਦਲਾਅ ਚਾਹੁੰਦੇ ਹੋ? ਸਰ ਵੇਖੋ ਇਹਦਾ ਕੋਈ ਡਿਵੈਲਪਮੈਂਟ ਤਾਂ ਇਹਨਾਂ ਨੇ ਕੀਤੀ ਨਹੀਂ ਆ, ਤੇ ਹੁਣ ਅਸੀਂ ਤਾਂ ਚਾਹੁੰਦੇ ਆ ਕੋਈ ਨਵੀਂ ਪਾਰਟੀ ਨੂੰ ਦਿੱਤਾ ਜਾਵੇ, ਕੋਈ ਬਦਲਾਅ ਆਊਗਾ ਜਾਂ ਨਵੀਂ ਪਾਰਟੀ। 5 ਸਾਲ ਵੇਖੋ ਦੇਖਣਾ ਚਾਹੀਦਾ, ਹਰ ਸਾਲ ਕਿਸੇ ਨੂੰ ਮੌਕਾ ਦੇਣਾ ਚਾਹੀਦਾ ਵਾ। ਹੁਣ 5 ਸਾਲ ਆਪਾਂ ਇਹਨਾਂ ਨੂੰ ਮੌਕਾ ਦੇ ਕੇ ਵੇਖ ਲੈਂਦੇ ਆ, ਜੇ ਨਾ ਕਰਨਗੇ ਤੇ ਫਿਰ ਅਗਲੇ 5 ਸਾਲ ਦੇ ਫਿਰ ਦੇਖੀ ਜਾਊਗੀ, ਪਰ ਇੱਕ ਬਦਲਾਅ ਲਿਆਉਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤੁਸੀਂ ਦੇਖ ਲਿਆ, ਸੁਖਬੀਰ ਬਾਦਲ ਜੀ ਨੂੰ ਵੀ ਦੇਖ ਲਿਆ, ਤੇ ਭਗਵੰਤ ਮਾਨ ਦਾ ਚਿਹਰਾ ਆਮ ਆਦਮੀ ਪਾਰਟੀ ਲਈ ਨੋਮੀਨੇਟ ਹੋਇਆ, ਤੇ ਭਗਵੰਤ ਮਾਨ ਦੀ ਸ਼ਖਸੀਅਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਅਸੀਂ ਤੇ ਬਹੁਤ ਵਧੀਆ ਵੇਖਦੇ ਆ ਜੀ, ਉਹਨਾਂ ਆਪਣੇ ਏਰੀਆ, ਚਲੋ ਸਾਡੇ ਏਰੀਆ ਦਾ, ਸਾਡਾ ਏਰੀਆ ਮਾਝਾ ਵਾ, ਉਹ ਧੂਰੀ ਤੋਂ ਆ, ਉਧਰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ, ਉਹਨਾਂ ਦੇ ਸੁਣਦੇ ਰਹਿੰਦੇ ਆ ਸਪੀਚਾਂ ਸੋਸ਼ਲ ਮੀਡੀਆ ਤੇ। ਪਰ ਅਸੀਂ ਚਾਹੁੰਦੇ ਆ ਕਿ ਜੇ ਉਹ ਮੁੱਖ ਮੰਤਰੀ ਬਣਦਾ ਵਾ ਤੇ ਪੰਜਾਬ ਦਾ ਜ਼ਰੂਰ ਬਦਲਾਅ ਹੋਊਗਾ, ਇਹ ਬਦਲਾਅ ਹੋਣਾ ਚਾਹੀਦਾ ਵਾ ਜੀ। ਤੁਹਾਡੇ ਹਿਸਾਬ ਨਾਲ ਪੰਜਾਬ ਦੇ ਵਿੱਚ ਕਿਹੜੇ ਮੁੱਦੇ ਹੈਗੇ ਆ ਜਿਹਤੇ ਸਟੈਪ ਲੈਣਾ ਬਹੁਤ ਜ਼ਰੂਰੀ ਹੈ? ਬਹੁਤ ਜ਼ਰੂਰੀ ਹੈ ਵੀ ਇਹ ਮਸਲੇ ਹੱਲ ਹੋਣੇ ਚਾਹੀਦੇ ਪੰਜਾਬ ਦੇ। ਸਰ ਦੇਖੋ ਇਹ ਇੱਕ ਤਾਂ ਨਸ਼ਿਆਂ ਦਾ ਜਿਹੜਾ ਵਾ ਦੌਰ ਚੱਲ ਰਿਹਾ ਵਾ, ਠੀਕ ਆ, ਇੱਕ ਜਿਹੜੀ ਮਹਿੰਗਾਈ ਆ, ਠੀਕ ਆ, ਫਿਰ ਡਿਵੈਲਪਮੈਂਟ ਜਿਹੜੀ ਆ, ਆਪਣੀ ਐਜੂਕੇਸ਼ਨ ਆ, ਹੈਲਥ ਵਾ, ਇਹ ਜਿਹੜੇ ਮੁੱਦੇ ਆ 3-4 ਮੁੱਦੇ ਲਈ ਜ਼ਿਆਦਾ ਗੰਭੀਰ ਵਾ ਨਾ, ਇਹ ਜ਼ਰੂਰੀ ਚਾਹੀਦੇ ਆ। ਐਜੂਕੇਸ਼ਨ ਆ ਜਾਏਗੀ, ਹੈਲਥ ਆ ਜਾਊਗੀ, ਤੇ ਆਪੇ ਸਾਰੇ ਸੁਧਾਰ ਹੋ ਜਾਣੇ ਆ। ਜਾਂ ਬਾਕੀ ਨੌਕਰੀਆਂ ਮਿਲਣਗੀਆਂ, ਜਿਹੜੇ ਬੇਰੁਜ਼ਗਾਰ ਤੁਰੇ ਫਿਰਦੇ ਆ ਨੌਜਵਾਨ ਪੜ੍ਹ ਕੇ ਇੰਨੇ, ਜੇ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਆਪੇ ਹੀ ਸੁਧਾਰ ਹੋ ਜਾਊਗਾ।
ਹਾਂਜੀ। ਅੱਛਾ, ਮੇਰਾ ਇੱਕ ਸਵਾਲ ਹੋਰ ਹੈ ਵੀ ਬਹੁਤ ਸਾਰੀਆਂ ਸਰਕਾਰਾਂ ਕਹਿੰਦਾ ਪਾਰਟੀਆਂ ਕਹਿ ਰਹੀਆਂ ਵੀ ਅਸੀਂ ਆਹ ਫ੍ਰੀ ਦੇ ਦਾਂਗੇ, 8 ਸਿਲੰਡਰ ਫ੍ਰੀ ਦੇ ਦਾਂਗੇ, ਆਹ ਫ੍ਰੀ ਦੇ ਦਾਂਗੇ। ਇਹ ਫ੍ਰੀ ਦਾ ਕੀ ਚੱਕਰ ਹੈ? ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਫ੍ਰੀ ਮਿਲੇ ਸਭ ਕੁਝ? ਨਹੀਂ ਨਹੀਂ ਸਰ, ਇਹ ਫ੍ਰੀ ਫਰੂ ਵਾਲੀ ਗੱਲਾਂ ਜਿਹੜੀਆਂ ਨੇ ਇਹ ਤੇ ਇੱਕ ਨਾ ਲੋਲੀਪੌਪ ਦੇਣਾ ਹੁੰਦਾ ਇਹਨਾਂ ਨੇ ਵੀ ਜਦੋਂ ਇਲੈਕਸ਼ਨ ਆਉਣੀ ਹੈ ਨਾ ਪੌਣੇ 5 ਸਾਲ ਕਿਸੇ ਨੇ ਨਹੀਂ ਤੁਹਾਨੂੰ ਪੁੱਛਣਾ, ਮਹੀਨਾ 2 ਮਹੀਨੇ ਤੁਹਾਨੂੰ ਮੁੜ ਕੇ ਉਹਨਾਂ ਆਖਣਾ ਆਹ ਦੇ ਦਾਂਗੇ ਆਹ ਦੇ ਦਾਂਗੇ। ਬਾਕੀ ਜੇ ਸਰ ਸਾਨੂੰ ਨੌਕਰੀਆਂ ਮਿਲਣ, ਸਾਡੇ ਕੋਲ ਨੌਕਰੀ ਹੋਊਗੀ ਤਾਂ ਅਸੀਂ ਆਪੇ ਸਭ ਕੁਝ ਖਰੀਦ ਲਾਂਗੇ। ਅਸੀਂ ਫ੍ਰੀ ਲੈ ਕੇ ਕੀ ਕਰਨਾ ਵਾ? ਆਟਾ ਦਾਲ ਸਕੀਮ ਜਿਹੜੀ ਆ ਫ੍ਰੀ ਲੈ ਕੇ ਉਹ ਕੀ ਕਰਨੀ ਆ? ਜੇ ਹੋਰ ਵੀ ਕੰਮ ਬੜੇ ਹੁੰਦੇ ਆ, ਆਟਾ ਦਾਲ ਦਾ ਸਾਰੀ ਘਰ ਸਾਲ ਚੱਲਦਾ ਸਰ। ਨੌਕਰੀ ਚਾਹੀਦੀ ਆ, ਹਰ ਇੱਕ ਬੱਚੇ ਨੂੰ ਨੌਕਰੀ ਚਾਹੀਦੀ ਕਿ ਨੌਕਰੀ ਘਰ ਦੇ ਵਿੱਚ ਇੱਕ ਮੈਂਬਰ ਨੂੰ ਨੌਕਰੀ ਮਿਲ ਜਾਏ ਨਾ ਤੇ ਘਰ ਸਾਰਾ ਜਿਹੜਾ ਸਹੀ ਹੋ ਜਾਂਦਾ ਵਾ। ਸੋ ਅੱਜ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਅਸੀਂ ਪਹੁੰਚੇ ਔਰ ਇੱਥੇ ਆ ਕੇ ਲੋਕਾਂ ਨਾਲ ਗੱਲਾਂ ਕੀਤੀਆਂ, ਮੁਸਾਫਰਾਂ ਨਾਲ ਗੱਲਾਂ ਕੀਤੀਆਂ ਔਰ ਕੋਸ਼ਿਸ਼ ਕੀਤੀ ਵੀ ਅਸੀਂ ਵੱਧ ਤੋਂ ਵੱਧ ਇਹਨਾਂ ਦੀ ਸੋਚ, ਇਹਨਾਂ ਦਾ ਨਜ਼ਰੀਆ ਤੁਹਾਡੇ ਤੱਕ ਪਹੁੰਚਾ ਸਕੀਏ। ਸੋ ਪੰਜਾਬ 1 ਟੀਵੀ ਦਾ ਇਹ ਇਲੈਕਸ਼ਨ ਸਪੈਸ਼ਲ ਪਬਲਿਕ ਵੌਇਸ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮੈਨੂੰ ਆਪਣੇ ਦੋਸਤ ਵਿਕਾਸ ਮੌਂਗੀਆ ਨੂੰ ਤੇ ਕੈਮਰਾਮੈਨ ਵਿਨੋਦ ਜੀ ਨੂੰ ਦਿਓ ਇਜਾਜ਼ਤ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।